ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਪਾਤਸ਼ਾਹ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਪਾਵਨ ਬਾਣੀ, ਆਪਣੇ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਚੌਥਾ। ਹਰ ਗੁਰ ਗਿਆਨ ਹਰ ਰਸ ਹਰ ਪਾਇਆ। ਮਨ ਹਰ ਰੰਗ ਰਾਤਾ ਹਰ ਰਸ ਪਿਆਇਆ। ਹਰ ਹਰ ਨਾਮ ਮੁਖ ਹਰ ਹਰ ਬੋਲੀ। ਮਨ ਹਰ ਰਸ ਟੁੱਲ ਟੁੱਲ ਪਾਉਂਦਾ ਜੀਓ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਮਾਝ ਰਾਗ ਦੇ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 95 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਹਨਾਂ ਪਾਵਨ ਸ਼ਬਦਾਂ ਦੇ ਰਾਹੀਂ, ਪਾਵਨ ਬਚਨਾਂ ਦੇ ਰਾਹੀਂ ਹਰੀ ਪਰਮੇਸ਼ਵਰ ਜੀ ਕੇ ਪ੍ਰੇਮ ਦੇ ਵਿੱਚ ਮਸਤ ਹੋਇਆ ਜੀਵ ਕਿਵੇਂ ਅਕਾਲ ਪੁਰਖ ਪਰਮੇਸ਼ਵਰ ਜੀ ਕੇ ਰਸ ਨੂੰ ਮਾਣਦਾ ਹੈ। ਉਸ ਦਾ ਜੋ ਉਪਦੇਸ਼ ਰੂਪ ਵਜੋਂ ਅੱਜ ਸਤਿਗੁਰੂ ਸਾਨੂੰ ਬਖਸ਼ਿਸ਼ ਕਰ ਰਹੇ ਨੇ।
ਕਿਉਂਕਿ ਜਗਿਆਸੂ ਜਦੋਂ ਵੀ ਆਸ ਲੈ ਕੇ ਜਾਂਦਾ ਹੈ ਤੇ ਉਹ ਇੱਕ ਜਗਿਆਸਾ ਲੈ ਕੇ ਗਿਆ। ਜਦੋਂ ਜਗਿਆਸੂ ਆਪਣੇ ਇਸ਼ਟ ਕੋਲ ਪਹੁੰਚਦਾ ਹੈ, ਆਪਣੇ ਇਸ਼ਟ ਕੋਲ ਜਾਂਦਾ ਹੈ ਤੇ ਇਸ਼ਟ ਦੇ ਕੋਲ ਗਿਆ ਹੋਇਆ ਜਗਿਆਸੂ ਆਪਣੇ ਅੰਦਰ ਜਗਿਆਸਾ ਲੈ ਕੇ ਜਾਂਦਾ। ਜਿਵੇਂ ਆਪਾਂ ਜੇ ਆਪਣੀ ਬਾਤ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੋਲ ਆਉਣ ਲੱਗਿਆਂ ਆਪਾਂ ਜਗਿਆਸਾ ਲੈ ਕੇ ਆਉਂਦੇ ਹਾਂ, ਇੱਛਾ ਲੈ ਕੇ ਆਉਂਦੇ। ਇੱਕ ਪਾਵਨ ਬਚਨ ਅਸੀਂ ਸਤਿਗੁਰੂ ਜੀ ਕਾ ਚੇਤੇ ਰੱਖੀਏ, ਜਿਹਨੂੰ ਮਾਲਕ ਜੀ ਬਾਣੀ ਦੇ ਰਾਹੀਂ ਪ੍ਰਗਟਾਉਂਦਿਆਂ ਦੱਸਦੇ ਨੇ ਸਾਨੂੰ ਵੀ ਜਿਹੜੀ ਵਸਤੂ ਸਾਹਿਬ ਕੋਲ ਹੋਵੇ ਉਹੀ ਵਸਤੂ ਨਫਰੇ ਦੇ ਹੱਥ ਵਿੱਚ ਆਉਂਦੀ, ਉਹਦੇ ਸੇਵਕ ਦੇ ਹੱਥ ਵਿੱਚ ਆਉਂਦੀ ਹੈ। ਤੇ ਜੇ ਸਾਹਿਬ ਦੇ ਹੱਥ ਵਿੱਚ ਵਸਤੂ ਪਦਾਰਥ ਨਾ ਹੋਵੇ ਤੇ ਨਫਰ ਵੀ ਕਦੇ ਵਸਤੂ ਪਦਾਰਥ ਨੂੰ ਹਾਸਲ ਨਹੀਂ ਕਰ ਸਕਦਾ। ਜੋ ਨਫਰ ਦੇ ਹੱਥ ਵਿੱਚ ਆਉਣਾ ਹੈ ਉਹ ਸਾਹਿਬ ਕੋਲ ਹੋਣਾ ਲਾਜ਼ਮੀ ਹੈ। ਤੇ ਜਿਸ ਦਾ ਸਾਹਿਬ ਹੀ ਨੰਗਾ ਤੇ ਭੁੱਖਾ ਹੋਵੇ ਉਹਦਾ ਨਫਰ ਕਦੇ ਰੱਜ ਕੇ ਨਹੀਂ ਖਾ ਸਕਦਾ। ਜੇ ਇੱਕ ਜਗਿਆਸੂ ਆਪਣੇ ਮਨ ਅੰਦਰ ਇਹ ਆਸ ਲੈ ਕੇ ਜਗਿਆਸਾ ਲੈ ਕੇ ਆ ਰਿਹਾ ਹੈ ਆਪਣੇ ਇਸ਼ਟ ਕੋਲ ਕਿ ਮੈਂ ਰੱਬ ਜੀ ਦੇ ਰਸ ਨੂੰ ਮਾਨਣਾ ਹੈ, ਫਿਰ ਅਸੀਂ ਖਿਆਲ ਰੱਖੀਏ ਵੀ ਜਿਸ ਇਸ਼ਟ ਦੇ ਕੋਲ ਇਹ ਜਗਿਆਸਾ ਲੈ ਕੇ ਜਗਿਆਸੂ ਪਹੁੰਚਿਆ ਹੈ ਉਹਦੇ ਕੋਲ ਰੱਬੀ ਰਸ ਦਾ ਹੋਣਾ ਲਾਜ਼ਮੀ ਹੈ। ਇਹਨੂੰ ਹੋਰ ਸੌਖੇ ਤਰੀਕੇ ਨਾਲ ਸਮਝੀਏ, ਜਿਸ ਮਨੁੱਖ ਦੇ ਕੋਲ ਗਿਆਨ ਲੈਣ ਵਾਸਤੇ ਕੋਈ ਜਾਵੇ, ਹੁਣ ਜਿਹਦੇ ਕੋਲ ਗਿਆਨ ਲੈਣ ਵਾਸਤੇ ਚੱਲਿਆ ਹੈ ਉਹਦੇ ਕੋਲ ਗਿਆਨ ਦਾ ਹੋਣਾ ਲਾਜ਼ਮੀ ਹੈ। ਜਿਹਦੇ ਕੋਲ ਗਿਆਨ ਹੋਵੇ ਹੀ ਨਾ ਉਹਦੇ ਕੋਲ ਕਦੇ ਕੋਈ ਗਿਆਨ ਲੈਣ ਵਾਸਤੇ ਨਹੀਂ ਜਾਂਦਾ। ਜਿਵੇਂ ਕੋਈ ਅਧਿਆਪਕ ਇੱਕ ਸਬਜੈਕਟ ਪੜ੍ਹਾਉਂਦਾ ਹੈ, ਜੇ ਉਹ ਮੈਥ ਪੜ੍ਹਾਉਂਦਾ ਹੈ ਤੇ ਅਸੀਂ ਉਹਦੇ ਕੋਲੋਂ ਹੋਰ ਸਵਾਲ ਪੁੱਛ ਤੇ ਸਕਦੇ ਹਾਂ, ਪਰ ਜੇ ਅਸੀਂ ਇਹ ਆਖੀਏ ਵੀ ਹੁਣ ਮੈਂ ਮੈਥ ਦੇ ਅਧਿਆਪਕ ਕੋਲੋਂ, ਮੈਥ ਦੇ ਟੀਚਰ ਕੋਲੋਂ ਜਾ ਕੇ ਕੈਮਿਸਟਰੀ ਜਾਂ ਫਿਜ਼ਿਕਸ ਸਿੱਖਾਂ ਤੇ ਮੈਂ ਕਦੇ ਵੀ ਸਿੱਖ ਨਹੀਂ ਸਕਦਾ। ਹਾਂ, ਕੋਈ ਛੋਟਾ ਮੋਟਾ ਸਵਾਲ ਹੋਵੇ ਉਹਦਾ ਤੇ ਜਵਾਬ ਹੋ ਸਕਦਾ ਉਹ ਦੇ ਦੇ, ਪਰ ਜੇ ਪ੍ਰੋਫੈਸ਼ਨਲੀ ਤੌਰ ਉੱਤੇ ਵੇਖਾਂਗੇ ਤੇ ਫਿਰ ਜਿਹੜਾ ਅਧਿਆਪਕ, ਜਿਹੜਾ ਟੀਚਰ ਫਿਜ਼ਿਕਸ ਪੜ੍ਹਾਉਂਦਾ ਮੈਨੂੰ ਉਹਦੇ ਕੋਲੋਂ ਜਾ ਕੇ ਹੀ ਸਿੱਖਣਾ ਪੈਣਾ, ਜਿਹੜਾ ਕੈਮਿਸਟਰੀ ਪੜ੍ਹਾਉਂਦਾ ਉਹਦੇ ਕੋਲੋਂ ਜਾ ਕੇ ਮੈਨੂੰ ਸਿੱਖਣਾ ਪਏਗਾ। ਮੈਥ ਪੜ੍ਹਾਉਣ ਵਾਲੇ ਟੀਚਰ ਕੋਲੋਂ ਮੈਨੂੰ ਗਿਆਨ ਨਹੀਂ ਮਿਲਣਾ। ਜੇ ਮੈਂ ਰੱਬ ਜੀ ਦਾ ਗਿਆਨ ਲੈਣਾ ਚਾਹੁੰਦਾ ਆ, ਹੁਣ ਰੱਬ ਜੀ ਦਾ ਗਿਆਨ ਕਿੱਥੋਂ ਮਿਲੇਗਾ? ਜਿਹਦੇ ਕੋਲ ਰੱਬ ਦਾ ਗਿਆਨ ਹੈ। ਤੇ ਜਿਹੜਾ ਆਪ ਹੀ ਅਜੇ ਆਪਣਾ ਠੂਠਾ ਖਾਲੀ ਲੈ ਕੇ ਬੈਠਾ ਹੈ, ਆਪ ਹੀ ਅਜੇ ਸ਼ੂਸ਼ਾ ਘੱਟ ਬਣ ਕੇ ਬੈਠਾ ਹੈ, ਉਹਦੇ ਕੋਲੋਂ ਮੈਨੂੰ ਰੱਬੀ ਗਿਆਨ ਕੀ ਮਿਲੇਗਾ? ਸੰਸਾਰ ਦਾ ਇੱਕ ਨਿਯਮ ਹੈ, ਹਮੇਸ਼ਾ ਫਲ ਉਸ ਬੂਟੇ ਤੋਂ ਲਏ ਜਾਂਦੇ ਨੇ ਜਿਹਨੂੰ ਫਲ ਲੱਗੇ ਨੇ, ਤੇ ਜਿਹੜੇ ਬੂਟੇ ਨੂੰ ਕਦੇ ਫਲ ਹੀ ਨਹੀਂ ਲੱਗਾ, ਨਾ ਤੇ ਉਹਨੂੰ ਪੱਥਰ ਵੱਜੇ ਨਾ ਰੋੜੇ ਵੱਜੇ, ਨਾ ਹੀ ਉਹਦੇ ਥੱਲੇ ਖੜ ਖੜ ਕਿਸੇ ਅਰਦਾਸਾਂ ਕੀਤੀਆਂ ਵੀ ਲਿਆ ਭਾਈ ਮੇਰੀ ਝੋਲੀ ਭਰ ਦੇ, ਹੁਣ ਫਲ ਤੇ ਉਹਦੇ ਕੋਲੋਂ ਹੀ ਮਿਲੇਗਾ ਨਾ।
ਜਦੋਂ ਇੱਕ ਬੂਟਾ ਇੱਕ ਰੁੱਖ ਫਲਾਂ ਨਾਲ ਭਰਿਆ ਹੋਇਆ ਹੈ, ਉਹਦੇ ਫਲਾਂ ਨੂੰ ਲੈਣ ਵਾਸਤੇ ਇਨਸਾਨ ਝੋਲੀ ਫੈਲਾ ਕੇ ਉਹਦੇ ਹੇਠਾਂ ਖੜੋ ਜਾਂਦਾ ਹੈ। ਉਹ ਫਲ ਡੇਗਦਾ ਹੈ, ਉਹਦੇ ਫਲ ਡਿੱਗਦੇ ਨੇ, ਇਨਸਾਨ ਉਹਨਾਂ ਫਲਾਂ ਨੂੰ ਲੈ ਕੇ ਤੇ ਆਪਣੀ ਪੂਰਤੀ ਕਰਦਾ। ਤੇ ਜਿਹੜਾ ਰੁੱਖ ਹੋਵੇ ਹੀ ਬਿਨਾਂ ਫਲਾਂ ਤੋਂ, ਜਿਹਨੂੰ ਫਲ ਲੱਗਾ ਹੀ ਨਾ ਹੋਵੇ, ਉਹਦੇ ਹੇਠਾਂ ਇਨਸਾਨ ਝੋਲੀ ਫੈਲਾ ਕੇ ਖੜੋਤਾ ਹਨ, ਅਰਦਾਸਾਂ ਕਰੀ ਜਾਏ ਵੀ ਸਜਣਾ, ਹੇ ਭਾਈ ਰੁੱਖਾ, ਮੇਰਾ ਤੇਰੇ ਨਾਲ ਪ੍ਰੇਮ ਬਹੁਤ ਹੈ, ਤੂੰ ਏਦਾਂ ਕਰ ਮੇਰੀ ਝੋਲੀ ਫਲਾਂ ਨਾਲ ਭਰ ਦੇ। ਉਹ ਭਰ ਦੇਗਾ? ਉਹ ਪੱਤੇ ਤੇ ਦੇ ਸਕਦਾ ਹੈ, ਟੁੱਟੇ ਹੋਏ, ਕੋਈ ਹਰੇ ਪੱਤੇ ਦੇ ਦੇਗਾ, ਸੁੱਕੇ ਪੱਤੇ ਦੇ ਦੇਗਾ, ਹੋ ਸਕਦਾ 2-4 ਫੁੱਲ ਸਾਡੀ ਝੋਲੀ 'ਚ ਪਾ ਦੇ, ਪਰ ਉਹ ਕਦੇ ਫਲ ਸਾਨੂੰ ਨਹੀਂ ਦੇ ਸਕਦਾ। ਹੈ ਹੀ ਨਹੀਂ, ਜਦੋਂ ਲੱਗਾ ਹੀ ਨਹੀਂ ਫਲ, ਕਿੱਥੋਂ ਮਿਲੇਗਾ? ਤੇ ਜੇ ਅਸੀਂ ਹੁਣ ਰੱਬੀ ਗਿਆਨ ਦੀ ਗੱਲ ਕਰਾਂਗੇ, ਤੇ ਰੱਬੀ ਗਿਆਨ ਅਸੀਂ ਜਿਹਦੇ ਕੋਲ ਮਰਜ਼ੀ ਜਾ ਕੇ ਝੋਲੀ ਫੈਲਾ ਕੇ ਥੋੜੀ ਹਾਸਲ ਕਰ ਲਾਂਗੇ ਵੀ ਲਓ ਜੀ ਮੈਂ ਤੇ ਤੁਹਾਡੇ ਕੋਲੋਂ ਰੱਬੀ ਗਿਆਨ ਲੈਣ ਆਇਆ। ਰੱਬੀ ਗਿਆਨ ਵੀ ਉਥੋਂ ਹੀ ਮਿਲੇਗਾ ਜਿਹਦੇ ਕੋਲ ਰੱਬੀ ਗਿਆਨ ਹੈ। ਅੱਜ ਮੇਰੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਜ਼ਿਕਰ ਕਰਦਿਆਂ ਆਖਿਆ, ਕਹਿੰਦੇ ਹਰ ਗੁਰ ਗਿਆਨ, ਹਰੀ ਪਰਮਾਤਮਾ ਦਾ ਜਿਹੜਾ ਗਿਆਨ ਹੈ ਉਹ ਕਿੱਥੋਂ ਮਿਲਿਆ? ਗੁਰੂ ਦੇ ਕੋਲੋਂ। ਗੁਰੂ ਨੇ ਹਰੀ ਪਰਮੇਸ਼ਵਰ ਦਾ ਗਿਆਨ ਦਿੱਤਾ, ਹਰ ਰਸ ਹਰ ਪਾਇਆ, ਉਸ ਗਿਆਨ ਦੇ ਸਦਕਾ ਫਿਰ ਮੈਂ ਹਰੀ ਰਸ ਨੂੰ ਹਾਸਲ ਕੀਤਾ, ਹਰੀ ਪਰਮੇਸ਼ਵਰ ਦੇ ਨਾਮ ਰਸ ਨੂੰ ਮਾਣਿਆ, ਜਾਂ ਉਸ ਰਸ ਦਾ ਮੈਂ ਆਨੰਦ ਪਾਇਆ, ਆਨੰਦ ਲਿਆ। ਜੇ ਮੈਂ ਗੁਰੂ ਕੋਲ ਜਾਵਾਂ, ਗੁਰੂ ਕੋਲ ਆ ਕੇ ਮੈਂ ਹਰੀ ਰਸ ਬਾਰੇ, ਹਰੀ ਦੇ ਗਿਆਨ ਬਾਰੇ ਗੱਲ ਕਰਾਂ, ਤੇ ਜਿਹਨੂੰ ਗੁਰੂ ਸਮਝ ਕੇ ਮੈਂ ਜਿਹਦੇ ਨਾਲ ਰੱਬ ਦੀਆਂ ਬਾਤਾਂ ਕਰਨ ਲੱਗਾ, ਜੇ ਉਹ ਗੁਰੂ ਹੀ ਰੱਬ ਤੋਂ ਸਖਣਾ ਹੋਵੇ ਤੇ ਮੈਨੂੰ ਰੱਬ ਬਾਰੇ ਕੀ ਦੱਸੇਗਾ? ਇਸ ਲਈ ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਨਾ, ਤੇ ਮਾਲਕ ਕਹਿੰਦੇ ਵੀ ਮੈਨੂੰ ਤੇ ਗਿਆਨ ਜਿਹੜਾ ਨਾ ਉਹ ਗੁਰੂ ਕੋਲੋਂ ਹੀ ਮਿਲਿਆ, ਕਿਉਂਕਿ ਮੇਰਾ ਗੁਰੂ ਹੀ ਗਿਆਨ ਹੈ। ਉਸ ਗਿਆਨ ਦੇ ਸਦਕਾ, ਉਸ ਸੋਝੀ ਦੇ ਸਦਕਾ ਮੈਨੂੰ ਇਹ ਪਤਾ ਲੱਗਾ ਕਿ ਹਰੀ ਪਰਮੇਸ਼ਵਰ ਕੀ ਹੈ, ਰੱਬ ਜੀ ਦੇ ਨਾਮ ਰਸ ਨੂੰ ਕਿਵੇਂ ਮੰਨਣਾ, ਰੱਬ ਜੀ ਦੇ ਦੀਦਾਰਾਂ ਨੂੰ ਕਿਵੇਂ ਹਾਸਲ ਕਰਨਾ, ਅਕਾਲ ਪੁਰਖ ਪਰਮੇਸ਼ਵਰ ਜੀ ਕੇ ਦਰਸ਼ਨ ਕਿਵੇਂ ਹੋਣਗੇ, ਤੇ ਗੁਰੂ ਪਰਮੇਸ਼ਵਰ ਨਾਲ ਮਿਲਾਪ ਕਿਵੇਂ ਹੋਏਗਾ। ਫਿਰ ਸਤਿਗੁਰੂ ਜੀ ਕੀ ਬਾਣੀ ਪੜੋ। ਮਾਲਕ ਜੀ ਨੇ, ਗੁਰੂ ਰਾਮਦਾਸ ਪਾਤਸ਼ਾਹ ਨੇ ਬਚਨ ਕੀਤੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਰਸ ਤੇ ਪਰਮੇਸ਼ਵਰ ਦਾ ਹੀ ਮੰਨਣਾ ਨਾ। ਜਦੋਂ ਕਹਿੰਦੇ ਮੈਂ ਗਿਆਨ ਨੂੰ, ਕਿ ਬਾਣੀ ਗੁਰੂ, ਮੇਰੇ ਲਈ ਗੁਰੂ ਕੀ ਹੈ? ਗਿਆਨ। ਗੁਰੂ ਹੈ ਬਾਣੀ, ਔਰ ਉਸ ਬਾਣੀ ਦੇ ਅੰਦਰ ਵਿੱਚ ਬਾਣੀ ਅੰਮ੍ਰਿਤ ਸਾਰੇ, ਅੰਮ੍ਰਿਤ ਰਸ, ਸ੍ਰੇਸ਼ਟ ਅੰਮ੍ਰਿਤ ਰਸ ਜਿਹੜਾ ਉਹ ਉਹਦੇ ਵਿੱਚ ਸਾਰੇ ਸੰਭਾਲਿਆ ਹੋਇਆ ਹੈ, ਸੰਭਾਲ ਕੇ ਰੱਖਿਆ। ਗੁਰ ਬਾਣੀ ਕਹੈ, ਜੋ ਗੁਰੂ ਬਾਣੀ ਆਖਦਾ ਹੈ, ਸੇਵਕ ਜਨ ਮਾਨੈ, ਜਿਹੜਾ ਸੇਵਕ, ਜਿਹੜਾ ਜਨ ਉਸ ਨੂੰ ਮੰਨ ਲੈਂਦਾ ਹੈ, ਪ੍ਰਤੱਖ ਗੁਰੂ ਨਿਸਤਾਰੇ, ਸਾਹਮਣੇ ਪਰਮੇਸ਼ਵਰ ਹੈ। ਜਦੋਂ ਕਿਉਂਕਿ ਭਗਤ ਕਬੀਰ ਸਾਹਿਬ ਨੂੰ ਜਦੋਂ ਪੜ੍ਹਿਆ, ਉਹਨਾਂ ਵੀ ਜ਼ਿਕਰ ਕਰਦੇ ਆ, ਇਹੋ ਆਖਿਆ, ਜਹਾਂ ਗਿਆਨ ਤਹਾਂ ਧਰਮ। ਧਰਮ ਦੀ ਸ਼ੁਰੂਆਤ ਹੀ ਗਿਆਨ ਤੋਂ ਹੈ। ਅਗਿਆਨਤਾ ਸਾਨੂੰ ਭਰਮਾਂ ਵਿੱਚ ਤੇ ਪਾ ਸਕਦੀ ਹੈ, ਅਗਿਆਨਤਾ ਸਾਡੇ ਅੰਦਰ ਭੁਲੇਖੇ ਤੇ ਪੈਦਾ ਕਰ ਸਕਦੀ ਹੈ, ਅਗਿਆਨਤਾ ਸਾਨੂੰ ਭਟਕਣਾ ਵਿੱਚ ਤੇ ਪਾ ਸਕਦੀ ਹੈ, ਅਗਿਆਨਤਾ ਕਦੇ ਸਾਨੂੰ ਕਿਸੇ ਮੰਜ਼ਿਲ ਤੇ ਨਹੀਂ ਪਹੁੰਚਾ ਸਕਦੀ। ਜਦੋਂ ਮੰਜ਼ਿਲ ਤੇ ਪਹੁੰਚਦੇ ਹਾਂ ਤੇ ਮੰਜ਼ਿਲ ਤੇ ਅਸੀਂ ਗਿਆਨ ਦੇ ਸਦਕਾ ਪਹੁੰਚਦੇ ਹਾਂ, ਅਗਿਆਨਤਾ ਸਦਕਾ ਨਹੀਂ। ਅਗਿਆਨਤਾ ਹਮੇਸ਼ਾ ਭਟਕਾਉਂਦੀ ਹੈ, ਅਗਿਆਨਤਾ ਕਦੇ ਜੀਵਨ ਵਿੱਚ ਟਿਕਾ ਨਹੀਂ ਦਿੰਦੀ, ਅਗਿਆਨਤਾ ਸੰਸਾਰਕ ਤੌਰ ਤੇ ਕਦੇ ਟਿਕਾ ਨਹੀਂ ਦਿੰਦੀ। ਜਦੋਂ ਵੀ ਟਿਕਾ ਮਿਲਦਾ, ਜਦੋਂ ਵੀ ਸਥਿਰਤਾ ਮਿਲਦੀ, ਜਦੋਂ ਵੀ ਮੰਜ਼ਿਲ ਮਿਲਦੀ ਹੈ, ਉਦੋਂ ਗਿਆਨ ਸਦਕਾ ਮਿਲਦੀ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਵੀ ਜੇ ਆਪਾਂ ਮੰਜ਼ਿਲ ਦੀ ਗੱਲ ਕਰੀਏ, ਵੀ ਧਰਮ ਮੇਰੀ ਮੰਜ਼ਿਲ ਹੈ, ਤੇ ਫਿਰ ਉਹਦੇ ਲਈ ਗਿਆਨ ਦਾ ਹੋਣਾ
ਲਾਜ਼ਮੀ ਹੈ। ਜਿੱਥੇ ਗਿਆਨ ਹੋਏਗਾ ਉੱਥੇ ਧਰਮ ਆਏਗਾ, ਤੇ ਜਿੱਥੇ ਲੋਭ ਆ ਗਿਆ ਉੱਥੇ ਪਾਪ ਆ ਜਾਣਾ। ਔਰ ਗਿਆਨ ਤੋਂ ਸਖਣਾ ਇਨਸਾਨ, ਗਿਆਨ ਤੋਂ ਹੀਣਾ ਇਨਸਾਨ ਆਪਣੇ ਜੀਵਨ ਦੇ ਅੰਦਰ, ਆਪਣੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀ ਭਟਕਣਾ ਵਿੱਚ ਤੇ ਫਸ ਜਾਂਦਾ। ਜਿਵੇਂ ਆਪਾਂ ਹੁਣ ਸੰਸਾਰਕ ਤੌਰ ਤੇ ਹੀ ਗੱਲ ਕਰ ਲਈਏ, ਜਿਹੜੇ ਰਸਤੇ ਤੋਂ ਅਸੀਂ ਅਣਜਾਣ ਆ ਉਹ ਰਾਹ ਤੇ ਤੁਰਾਂਗੇ ਤੇ ਕੀ ਮਿਲੇਗਾ? ਭਟਕਣਾ ਹੀ ਮਿਲੇਗੀ ਨਾ। ਰਾਹ ਤੋਂ ਅਣਜਾਣ ਆ। ਜਿਹੜੇ ਰਸਤੇ ਬਾਰੇ ਸੋਝੀ ਹੈ ਉਹ ਅਸੀਂ ਕਿਸੇ ਪਾਸੇ ਮਰਜ਼ੀ ਚਲੇ ਜਾਈਏ, ਅਸੀਂ ਉਸ ਰਾਹ ਤੋਂ ਨਿਕਲ ਆਉਣਾ। ਉਹ ਰਾਹ ਤੋਂ ਕਿਤੇ ਨਾ ਕਿਤੇ ਮੰਜ਼ਿਲ ਤੇ ਅਸੀਂ ਪਹੁੰਚ ਜਾਵਾਂਗੇ। ਤੇ ਜਿਹੜੇ ਰਾਹ ਬਾਰੇ ਸੋਝੀ ਨਹੀਂ, ਜਿਹੜੇ ਰਸਤੇ ਬਾਰੇ ਗਿਆਨ ਹੀ ਨਹੀਂ ਹੈ, ਉਹ ਰਸਤੇ ਦੇ ਉੱਤੇ ਚੱਲਣ ਲੱਗਾ, ਉਹ ਰਸਤੇ ਤੇ ਤੁਰਨ ਲੱਗਾ ਇਨਸਾਨ ਕਈ ਵਾਰ ਸੋਚਦਾ ਹੈ ਵੀ ਸਿੱਧਾ ਤੁਰਿਆ ਜਾਵਾਂ, ਕਿਤੇ ਭਟਕ ਨਾ ਜਾਵਾਂ, ਰਾਹ ਭੁੱਲ ਨਾ ਜਾਵਾਂ, ਕਿਉਂਕਿ ਅਗਿਆਨਤਾ ਹੈ। ਜਿਹੜੇ ਰਾਹ ਦਾ ਗਿਆਨ ਆ ਗਿਆ ਉੱਥੇ ਇਨਸਾਨ ਖੁਦ ਕਹਿੰਦਾ ਮੈਨੂੰ ਤੇ ਸਾਰੇ ਰਾਹਾਂ ਦਾ ਪਤਾ ਹੈ, ਕਿਸੇ ਪਾਸੇ ਚਲਾ ਜਾਵਾਂ ਮੈਂ ਨਿਕਲ ਜਾਣਾ ਹੈ। ਅਗਿਆਨਤਾ ਗਿਆਨ ਤੋਂ ਸਖਣਾਪਨ ਸਿਰਫ ਭਟਕਣਾ ਵਿੱਚ ਲੈ ਕੇ ਜਾਏਗਾ। ਔਰ ਧਰਮ ਤੋਂ, ਧਰਮ ਦੇ ਗਿਆਨ ਤੋਂ ਸਖਣਾ ਇਨਸਾਨ ਭਰਮਾਂ ਵਿੱਚ ਤੇ ਪੈ ਸਕਦਾ ਹੈ, ਪਰ ਕਦੇ ਧਰਮ ਨਹੀਂ ਕਮਾ ਸਕਦਾ। ਉੱਥੇ ਵੀ ਭਰਮ ਹੈ। ਜਿੰਨਾ ਚਿਰ ਇਨਸਾਨ ਇਸ ਗੱਲ ਤੋਂ ਅਣਜਾਣ ਹੈ ਧਰਮ ਹੈ ਕੀ, ਉਹਨਾਂ ਚਿਰ ਕੀ ਕਮਾਏਗਾ, ਕੀ ਕਰੇਗਾ? ਜਿੰਨਾ ਸਮਾਂ ਇੱਕ ਇਨਸਾਨ ਇਸ ਗੱਲ ਤੋਂ ਅਣਜਾਣ ਹੈ ਵੀ ਧਰਮ ਕੀ ਹੈ, ਉਹਨਾਂ ਚਿਰ ਇਨਸਾਨ ਧਰਮ ਦੇ ਬਾਰੇ ਵਿੱਚ ਕਰੇਗਾ ਕੀ ਤੇ ਧਰਮ ਕਮਾਵੇਗਾ ਕਿਵੇਂ? ਉਹਨੂੰ ਪਤਾ ਹੀ ਨਹੀਂ ਧਰਮ ਕੀ ਹੈ। ਜਦੋਂ ਪਤਾ ਲੱਗੇਗਾ ਵੀ ਧਰਮ ਇਹਨੂੰ ਕਹਿੰਦੇ ਨੇ ਤਾਂ ਹੀ ਤੇ ਕਮਾਏਗਾ ਨਾ। ਜੇ ਪਤਾ ਹੀ ਨਾ ਲੱਗਾ ਧਰਮ ਕੀ ਹੈ ਤੇ ਕੀ ਕਰੇਗਾ? ਇਹੋ ਕਾਰਨ ਹੈ ਸ਼ਾਇਦ ਕਿ ਅੱਜ ਸਾਡੇ ਕਰਮ, ਅਸੀਂ ਕਹਿੰਦੇ ਤੇ ਹਾਂ ਵੀ ਧਰਮੀ ਨੇ ਜਾਂ ਅਸੀਂ ਧਾਰਮਿਕ ਕਰਮਾਂ ਦੇ ਮਾਲਕ ਹਾਂ, ਪਰ ਅਜੇ ਤੱਕ ਅਸੀਂ ਇਹ ਦਾਅਵਾ ਨਹੀਂ ਕਰ ਸਕੇ ਵੀ ਕੀ ਇਹ ਧਰਮ ਹੈ। ਦਾਅਵਾ ਨਹੀਂ ਕਰ ਸਕੇ। ਬਸ ਇਹ ਕਹਿ ਰਹੇ ਹਾਂ ਜੀ ਸਾਨੂੰ ਭਲਾ ਕਰਮ ਕਰਨਾ ਚਾਹੀਦਾ ਹੈ, ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਨੇ। ਪਰ ਕੀ ਅਸੀਂ ਚੰਗੇ ਕਰਮ ਕਰਦੇ ਹਾਂ ਜਾਂ ਭਲੇ ਕਰਮ ਕਰਦੇ ਹਾਂ, ਇਹ ਦਾਅਵਾ ਕਰ ਸਕਦੇ ਹਾਂ ਵੀ ਇਹ ਧਰਮ ਹੈ? ਨਹੀਂ। ਸਾਨੂੰ ਹੀ ਨਹੀਂ ਪਤਾ ਧਰਮ ਦੀ ਪਰਿਭਾਸ਼ਾ ਹੈ ਕੀ, ਡੈਫੀਨੇਸ਼ਨ ਕੀ ਹੈ, ਤੇ ਕਰਾਂਗੇ ਕੀ? ਇਸੇ ਲਈ ਸਾਹਿਬ ਜੀ ਨੇ ਆਖਿਆ, ਕਹਿੰਦੇ ਮੈਂ ਗੁਰੂ ਕੋਲੋਂ ਕੀ ਕੀਤਾ? ਗਿਆਨ ਹਾਸਲ ਕੀਤਾ। ਗਿਆਨ ਦੇ ਸਦਕਾ ਮੇਰੇ ਗੁਰੂ ਸਾਹਿਬ ਜੀ ਨੇ ਮੈਨੂੰ ਹਰੀ ਰਸ ਦਿੱਤਾ ਔਰ ਹਰੀ ਪਰਮੇਸ਼ਵਰ ਜੀ ਨਾਲ ਮਿਲਾਪ ਹੋਇਆ ਤੇ ਮਨ ਹਰ ਰੰਗ ਰਾਤਾ। ਉਹੀ ਮਨ ਜਿਹੜਾ ਭਟਕਣਾ ਵਿੱਚ ਸੀ ਉਹ ਮਨ ਹਰੀ ਰੰਗ ਵਿੱਚ ਰਤਿਆ ਗਿਆ ਔਰ ਹਰ ਰਸ ਪੀ ਆਇਆ। ਗੁਰੂ ਨੇ ਕਿਰਪਾ ਕਰਕੇ ਮੈਨੂੰ ਉਹ ਅੰਮ੍ਰਿਤ ਰਸ ਜਿਹੜਾ ਉਹਨੂੰ ਪਿਆਇਆ, ਉਹ ਅੰਮ੍ਰਿਤ ਰਸ ਨੂੰ ਮੈਂ ਚਖਿਆ। ਕਹਿੰਦੇ ਹਰ ਹਰ ਨਾਮ ਮੁਖ ਹਰ ਹਰ ਬੋਲੀ। ਹੁਣ ਮੁਖ ਤੋਂ ਕੀ ਹੈ? ਹਰੀ ਹਰੀ, ਹਰੀ ਪਰਮੇਸ਼ਵਰ ਦਾ ਨਾਮ ਹੀ ਹੁਣ ਕੋਲੇ ਹੈ। ਮਨ ਹਰ ਰਸ ਟੁੱਲ ਟੁੱਲ ਪਾਉਂਦਾ ਜੀਓ। ਹੁਣ ਮਨ ਜਿਹੜਾ ਉਹ ਹਰੀ ਰਸ ਦੇ ਵਿੱਚ ਉਛਲ ਉਛਲ ਕੇ ਪੈਂਦਾ ਹੈ, ਜਾਂ ਇਉਂ ਕਹਿ ਲਈਏ ਵੀ ਮਨ ਹਰੀ ਰਸ ਨੂੰ ਹੁਣ ਚੱਖ ਰਿਹਾ ਹੈ ਤੇ ਹਰੀ ਰਸ ਨੂੰ ਚੱਖਦਾ ਹੋਇਆ ਮਨ ਪ੍ਰਸੰਨਤਾ ਦੇ ਵਿੱਚ ਹੈ। ਮਨ ਦਾ ਹਰੀ ਰਸ ਨੂੰ ਚੱਖਦਿਆਂ ਮਨ ਦੀ ਪ੍ਰਸੰਨਤਾ ਦਾ ਪ੍ਰਗਟਾਵਾ ਸਮੁੰਦਰ ਦੀਆਂ ਲਹਿਰਾਂ ਵਾਂਗੂ ਬਣ ਜਾਂਦਾ ਹੈ। ਜਿਵੇਂ ਸਮੁੰਦਰ ਵਿੱਚੋਂ ਉੱਠਣ ਵਾਲੀਆਂ ਲਹਿਰਾਂ ਆਪਣੀ ਪ੍ਰਸੰਨਤਾ ਦਾ ਪ੍ਰਗਟਾਵਾ ਕਰਦੀਆਂ ਨੇ, ਇਸੇ ਤਰ੍ਹਾਂ ਹਰੀ ਪਰਮੇਸ਼ਵਰ ਦੇ ਮਿਲਾਪ ਵਾਲਾ ਮਨ ਆਪਣੇ ਮਨ ਦੀਆਂ ਜਿਹੜੀਆਂ ਵਲਵਲੇ ਕਹਿ ਲੋ, ਮਨ ਦੇ ਅੰਦਰਲੀਆਂ ਭਾਵਨਾ ਕਹਿ ਲੋ, ਮਨ ਦੇ ਅੰਦਰਲੀਆਂ ਇੱਛਾਵਾਂ ਕਹਿ ਲਈਏ, ਉਹ ਕੇਵਲ ਹਰੀ ਰਸ ਨੂੰ ਮਾਣਦਾ ਹੋਇਆ ਉਹ ਰਸ ਫਿਰ ਉਛਲ ਉਛਲ ਕੇ ਪੈਂਦਾ ਹੈ। ਆਵਹੁ ਸੰਤ ਮੈਂ ਗਲ ਮਿਲਾਈਐ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ। ਹਰ ਕੇ ਸੰਤ ਮਿਲਹੁ ਮਨ ਦੇਵਾ,
ਜੋ ਗੁਰ ਬਾਣੀ ਮੁਖ ਚਾਹੁੰਦਾ ਜਿਉ। ਫਿਰ ਅਗਲੇ ਪਦੇ ਵਿੱਚ ਸਾਹਿਬ ਨੇ ਜ਼ਿਕਰ ਕੀਤਾ, ਕਹਿੰਦੇ ਆਵੋ ਸੰਤ ਮੈਂ ਗਲ ਮੇ ਲਾਈਐ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ। ਹੁਣ ਇੱਥੇ ਆਪਾਂ ਕਹਿ ਸਕਦੇ ਹਾਂ ਵੀ ਸੰਤ ਲਫ਼ਜ਼ ਵੀ ਸਤਿਗੁਰੂ ਜੀ ਨੇ ਗੁਰੂ ਵਾਸਤੇ ਵਰਤਿਆ। ਆਵੋ ਸੰਤ, ਹੇ ਗੁਰੂ ਜੀਓ, ਮੈਨੂੰ ਮੇਰੇ ਪਰਮੇਸ਼ਵਰ ਦੇ ਨਾਲ ਮਿਲਾ ਦਿਓ, ਜਿਹਨੂੰ ਆਪਾਂ ਗੁਰੂ ਅਰਜਨ ਸਾਹਿਬ ਜੀ ਕੇ ਪਾਵਨ ਬਚਨਾਂ ਵਿੱਚ ਪੜ੍ਹ ਲੈਂਦੇ ਹਾਂ ਕਿ ਗੁਰੂ ਨੇ ਕਿਰਪਾ ਕੀਤੀ, ਗਿਆਨ ਦਾ ਸੁਰਮਾ ਦਿੱਤਾ, ਔਰ ਗਿਆਨ ਦਾ ਸੁਰਮਾ ਦੇ ਕੇ ਉਹਨਾਂ ਨੇ ਮੈਨੂੰ ਅਕਾਲ ਪੁਰਖ ਪਰਮੇਸ਼ਵਰ ਜੀ ਨਾਲ ਮਿਲਾ ਦਿੱਤਾ। ਸਤਿਗੁਰੂ ਜੀ ਦੇ ਪਾਵਨ ਬਚਨ ਆਪ ਜੀ ਕੀਆਂ ਰਸਨਾਵਾਂ ਤੇ ਰਹਿੰਦੇ ਨੇ। ਗੁਰੂ ਸਾਹਿਬ ਆਖਦੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮਨ ਵਿੱਚ ਚਾਨਣ ਦਾ ਆ ਜਾਣਾ। ਆਵੋ ਸੰਤ ਮੈਂ ਗਲ ਮੇ ਲਾਈ ਹੈ, ਕਹਿੰਦੇ ਮੈਨੂੰ ਗਲ ਨਾਲ ਕੋਈ ਅਕਾਲ ਪੁਰਖ ਪਰਮੇਸ਼ਵਰ ਨਾਲ ਮੈਨੂੰ ਮਿਲਾ ਦੇ। ਹੇ ਮੇਰੇ ਗੁਰੂ ਜੀਓ, ਕਿਰਪਾ ਕਰੋ ਮੈਨੂੰ ਰੱਬ ਜੀ ਦਾ ਮਿਲਾਪ ਦਿਓ। ਔਰ ਇਹ ਨਹੀਂ ਵੀ ਮੈਂ ਸਿਰਫ ਆਪਣੀ ਜ਼ੁਬਾਨ ਕਰਕੇ ਇਹ ਗੱਲ ਕਹਿ ਰਿਹਾ, ਕਹਿੰਦੇ ਸਿਰਫ ਮਿਲਾਪ ਨਹੀਂ, ਮੇਰੇ ਨਾਲ ਬਹਿ ਕੇ ਜਦੋਂ ਕੋਈ ਵਿਚਾਰ ਕਰੇ ਤੇ ਉਦੋਂ ਵਿਚਾਰ ਵੀ ਮੇਰੇ ਨਾਲ ਮੇਰੇ ਪਰਮੇਸ਼ਵਰ ਦੀ ਕਰੇ। ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈ ਹੈ, ਮੈਨੂੰ ਉਹਦੇ ਘਰ ਦੀਆਂ ਕੋਈ ਬਾਤਾਂ ਸੁਣਾਵੇ। ਹੁਣ ਉਹਦੇ ਘਰ ਦੀਆਂ ਬਾਤਾਂ ਸੁਣਾਉਣ ਵਾਲਾ ਹਰ ਕੇ ਸੰਤ ਮਿਲੋ ਮਨ ਦੇਵਾਂ। ਕਹਿੰਦੇ ਜੇ ਕਿਤੇ ਮੈਨੂੰ ਐਸਾ ਕੋਈ ਪਿਆਰਾ ਮਿਲ ਜਾਏ ਨਾ ਜਿਹੜਾ ਰੱਬੀ ਮਿਲਾਪ ਕਰਵਾ ਦੇ, ਮੈਂ ਆਪਣਾ ਮਨ ਵੀ ਦੇਣ ਵਾਸਤੇ ਤਿਆਰ ਹਾਂ। ਜੋ ਗੁਰਬਾਣੀ ਮੁਖ ਚਾਹੁੰਦਾ ਜੀਓ, ਜਿਹੜਾ ਆਪਣੀ ਮੁਖ ਤੋਂ ਗੁਰਬਾਣੀ ਚਾਹੁੰਦਾ ਹੋਵੇ, ਮਤਲਬ ਮੁਖ ਤੋਂ ਕੀ ਪੜ੍ਹਦਾ ਹੋਵੇ, ਬਾਣੀ, ਗੁਰੂ ਕੇ ਬੋਲ ਚਾਹੁੰਦਾ, ਮਤਲਬ ਪੜ੍ਹਨਾ, ਉਚਾਰਨ ਕਰਨਾ, ਗੁਰਬਾਣੀ ਨੂੰ ਉਚਾਰਨ ਕਰਦਾ ਹੋਵੇ। ਹੁਣ ਇੱਥੇ ਖਿਆਲ ਰੱਖੀਏ, ਦੋ ਚੀਜ਼ਾਂ ਦਾ ਜ਼ਿਕਰ ਸਾਹਿਬ ਕਰ ਰਹੇ। ਇੱਕ ਤੇ ਮਾਲਕ ਜੀ ਕਹਿੰਦੇ ਵੀ ਮੈਂ ਆਪਣਾ ਮਨ ਦੇ ਦਿਆਂਗਾ ਜੇ ਕਿਤੇ ਮੈਨੂੰ ਕੋਈ ਪਰਮੇਸ਼ਵਰ ਜੀ ਨਾਲ ਮਿਲਾ ਦੇ, ਉਹਨੂੰ ਮੈਂ ਆਪਣਾ ਮਨ ਦੇ ਦਿਆਂਗਾ। ਦੂਜਾ ਪੱਖ ਸਾਹਿਬ ਰੱਖ ਰਹੇ ਕਿ ਉਹ ਆਪਣੇ ਮੁਖ ਤੋਂ ਗੁਰਬਾਣੀ ਨੂੰ ਚਾਹੁੰਦਾ ਹੋਵੇ, ਗੁਰਬਾਣੀ ਆਖਦਾ ਹੋਵੇ, ਮਤਲਬ ਚੰਗੀ ਜੀਵਨ ਜਾਚ ਉਹਦੀ ਹੋਵੇ। ਔਰ ਨਾਲ ਸਾਹਿਬ ਨੇ ਆਖਿਆ, ਕਹਿੰਦੇ ਐਸਾ ਕੋਈ ਰੱਬੀ ਪਿਆਰਾ ਮਿਲੇ ਜਿਹੜਾ ਮੈਨੂੰ ਅਕਾਲ ਪੁਰਖ ਪਰਮੇਸ਼ਵਰ ਜੀ ਨਾਲ ਮਿਲਾ ਦੇ, ਰੱਬੀ ਮਿਲਾਪ ਮੈਨੂੰ ਕਰਵਾ ਦੇ। ਹੁਣ ਜਦੋਂ ਰੱਬੀ ਮਿਲਾਪ ਦੀ ਗੱਲ ਚੱਲਦੀ ਹੈ ਤੇ ਗੁਰੂ ਨਾਨਕ ਸਾਹਿਬ ਇੱਕ ਬਚਨ ਉਚਾਰਦੇ ਆਪਣੀ ਰਸਨਾ ਤੋਂ ਕਿ ਅਸੀਂ ਰੱਬੀ ਮਿਲਾਪ ਦੇ ਕਾਬਲ ਕਿਵੇਂ ਬਣ ਸਕਦੇ, ਜਿਹਨੂੰ ਸਚਿਆਰ ਲਫ਼ਜ਼ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਨੇ ਵਰਤਿਆ। ਸਚਿਆਰ ਮਤਲਬ ਸੱਚ ਦੇ ਪ੍ਰਕਾਸ਼ ਹੋਣ ਯੋਗ। ਅਸੀਂ ਆਪਣਾ ਆਪਾ ਕਿਵੇਂ ਤਿਆਰ ਕਰੀਏ ਕਿ ਅਸੀਂ ਸੱਚ ਦੇ ਪ੍ਰਕਾਸ਼ ਹੋਣ ਯੋਗ ਬਣ ਜਾਈਏ। ਉਹ ਕਿਹੜਾ ਤਰੀਕਾ ਹੈ, ਉਹ ਕਿਹੜਾ ਢੰਗ ਹੈ ਕਿ ਜਿਸ ਢੰਗ ਨੂੰ ਵਰਤ ਕੇ ਅਕਾਲ ਪੁਰਖ ਪਰਮੇਸ਼ਵਰ ਜੀ ਕਾ ਮਿਲਾਪ ਸਾਨੂੰ ਮਿਲੇ, ਮੇਲ ਹੋ ਜਾਏ। ਔਰ ਬਾਪੂ ਜੀ ਨੇ ਬਚਨ ਵਰਤੇ, ਕਹਿੰਦੇ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਦੋ ਸਵਾਲ ਵੀ ਕਿਵੇਂ ਸਾਡੇ ਅੰਦਰੋਂ ਝੂਠ ਦੀ ਕੰਧ ਟੁੱਟੇ ਤੇ ਅਸੀਂ ਸੱਚ ਦੇ ਪ੍ਰਕਾਸ਼ ਹੋਣ ਯੋਗ ਬਣ ਜਾਈਏ।
ਜਾਂ ਇਉਂ ਕਹਿ ਸਕਦੇ ਆ ਵੀ ਜਿਸ ਰਸਤੇ ਤੋਂ ਪ੍ਰਕਾਸ਼ ਆਉਣਾ ਸੀ ਉਸੇ ਰਾਹ ਦੇ ਉੱਤੇ ਅਸੀਂ ਝੂਠ ਦੀ ਕੰਧ ਖੜੀ ਕੀਤੀ ਹੋਈ ਹੈ, ਉਹ ਪ੍ਰਕਾਸ਼ ਰੋਕੀ ਬੈਠੀ ਹੈ। ਜਿਵੇਂ ਹੁਣ ਸੂਰਜ ਚੜ੍ਹ ਗਿਆ ਨਾ, ਸੂਰਜ ਆਪਣਾ ਪ੍ਰਕਾਸ਼ ਪਸਾਰ ਰਿਹਾ, ਖਿਲਾਰ ਰਿਹਾ, ਦੇ ਰਿਹਾ, ਸਾਰਿਆਂ ਨੂੰ ਦੇ ਰਿਹਾ। ਕੋਈ ਇਨਸਾਨ ਇੱਕ ਜਗ੍ਹਾ ਉੱਤੇ ਬਹਿ ਕੇ ਆਪਣੇ ਦੁਆਲੇ ਚਾਰ ਦੀਵਾਰੀ ਕਰਕੇ ਉਹਦੇ ਵਿੱਚ ਬਹਿ ਜਾਏ ਤੇ ਕੀ ਹੋਏਗਾ? ਹਨੇਰਾ। ਪ੍ਰਕਾਸ਼ ਤੇ ਹੈ ਪਰ ਉਹਨਾਂ ਕੰਧਾਂ ਨੇ ਚਾਨਣ ਆਉਣ ਨਹੀਂ ਦਿੱਤਾ, ਉਹਨਾਂ ਦੀਵਾਰਾਂ ਨੇ ਰੌਸ਼ਨੀ ਨਹੀਂ ਆਉਣ ਦਿੱਤੀ। ਤੇ ਅਸੀਂ ਝੂਠ ਦੀਆਂ ਉੱਚੀਆਂ ਉੱਚੀਆਂ ਕੰਧਾਂ ਖੜੀਆਂ ਕਰਕੇ ਨਾ ਉਹਦੇ ਵਿੱਚ ਬੈਠੇ ਹੋਏ ਆ, ਨਾਲੇ ਅਸੀਂ ਇਹ ਆਖੀ ਜਾਂਦੇ ਆ ਵੀ ਸਾਡੇ ਕੋਲ ਸੱਚ ਦਾ ਪ੍ਰਕਾਸ਼ ਨਹੀਂ ਆਉਂਦਾ। ਹੁਣ ਸੱਚ ਦਾ ਪ੍ਰਕਾਸ਼ ਤਾਂ ਆਏਗਾ ਜੇ ਪਹਿਲੋਂ ਝੂਠ ਦੀਆਂ ਕੰਧਾਂ ਤੋੜਾਂਗੇ। ਝੂਠ ਦੀ ਕੰਧ ਟੁੱਟੇਗੀ, ਪ੍ਰਕਾਸ਼ ਦਾ ਚਾਨਣ ਹੋਏਗਾ, ਸੱਚ ਦਾ ਚਾਨਣ ਹੋਏਗਾ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਦੱਸੋ ਕਿਹੜਾ ਤਰੀਕਾ ਵਰਤੀਏ ਚਾਨਣ ਮਿਲ ਜਾਏ, ਕਿਹੜਾ ਤਰੀਕਾ ਵਰਤੀਏ ਕਿ ਅੰਦਰੋਂ ਝੂਠ ਦੀ ਕੰਧ ਟੁੱਟ ਜਾਏ। ਫਿਰ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹਰ ਜੀਵ ਦੇ ਨਾਲ ਲਿਖਿਆ ਹੋਇਆ ਉਸ ਰਜ਼ਾ ਵਾਲੇ ਦੇ ਹੁਕਮ ਵਿੱਚ ਚੱਲਣਾ, ਤੇ ਹਰ ਜੀਵ ਚੱਲਦਾ ਹੈ। ਜਿਹੜਾ ਜੀਵ ਉਹਦੇ ਹੁਕਮ ਵਿੱਚ ਚੱਲਣ ਲੱਗ ਜਾਂਦਾ ਹੈ, ਰਜ਼ਾ ਵਾਲੇ ਦੇ ਹੁਕਮ ਅਨੁਸਾਰੀ ਬਣ ਜਾਂਦਾ ਹੈ, ਉਹਦੇ ਅੰਦਰੋਂ ਝੂਠ ਦੀ ਕੰਧ ਵੀ ਟੁੱਟ ਜਾਂਦੀ ਹੈ ਤੇ ਉਹ ਸੱਚ ਦੇ ਪ੍ਰਕਾਸ਼ ਹੋਣ ਯੋਗ ਵੀ ਬਣ ਜਾਂਦਾ। ਇੱਕੋ ਹੀ ਤਰੀਕਾ ਹੈ। ਮਤਾਂ ਅਸੀਂ ਮਨਾਂ ਵਿੱਚ ਭੁਲੇਖਾ ਰੱਖੀਏ, ਭਰਮ ਰੱਖੀਏ ਵੀ ਸ਼ਾਇਦ ਕੋਈ ਵੱਖਰਾ ਉਪਦੇਸ਼ ਦਏਗਾ, ਕੋਈ ਵੱਖਰਾ ਗਿਆਨ ਦਏਗਾ ਜਿਹਦੇ ਨਾਲ ਸਾਨੂੰ ਰੱਬੀ ਮਿਲਾਪ ਹੋਏਗਾ। ਰੱਬੀ ਮਿਲਾਪ ਦਾ ਇੱਕੋ ਹੀ ਤਰੀਕਾ ਹੈ, ਰਜ਼ਾ ਵਾਲੇ ਦੇ ਹੁਕਮ ਵਿੱਚ ਚੱਲਣਾ ਔਰ ਉਹਦੇ ਹੁਕਮ ਵਿੱਚ ਚੱਲਦਿਆਂ ਹੋਇਆਂ ਹਰ ਵਕਤ ਰਾਜ਼ੀ ਰਹਿਣਾ। ਇਹੀ ਉਹਦੇ ਪ੍ਰਕਾਸ਼ ਦੇ ਯੋਗ ਬਣਨ ਦਾ ਇੱਕ ਤਰੀਕਾ ਹੈ ਵੀ ਸਾਡੇ ਅੰਦਰ ਉਹ ਹਰੀ ਪਰਮੇਸ਼ਵਰ ਜੀ ਕਾ ਪ੍ਰਕਾਸ਼ ਹੋ ਜਾਏ। ਸਾਹਿਬ ਜੀ ਨੇ ਆਖਿਆ, ਗੁਰੂ ਰਾਮਦਾਸ ਜੀ ਨੇ ਕਹਿੰਦੇ, ਆਵੋ ਸੰਤ ਮੈਂ ਗਲ ਮੇ ਲਾਈਐ, ਕੋਈ ਮੈਨੂੰ ਗਲ ਨਾਲ ਮਿਲਾ ਦੇ, ਪਰਮੇਸ਼ਵਰ ਨਾਲ ਮਿਲਾ ਦੇ। ਔਰ ਜਿਹਨੂੰ ਸਤਿਗੁਰੂ ਜੀ ਨੇ ਨਾ ਇੱਕ ਥਾਂ ਤੇ ਬੜਾ ਪਿਆਰਾ ਜ਼ਿਕਰ ਕੀਤਾ ਕਿ ਅਗਲੀ ਪੰਕਤੀ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਜਿਹੜਾ ਮੈਨੂੰ ਮੇਰੇ ਪ੍ਰੀਤਮ ਦੀ ਬਾਤ ਸੁਣਾਵੇਗਾ, ਸਾਹਿਬ ਕਹਿੰਦੇ ਉਹ ਮੇਰਾ ਭਰਾ ਵੀ ਹੈ, ਉਹ ਮੇਰਾ ਵੀਰ ਵੀ ਹੈ। ਕਿਤੇ ਨਾ ਕਿਤੇ ਜਾ ਕੇ, ਕਿਉਂਕਿ ਜਦੋਂ ਗੁਰਬਾਣੀ ਪੜ੍ਹਦੇ ਆ ਨਾ, ਸਤਿਗੁਰੂ ਜੀ ਨੇ ਜਿਹੜੇ ਇਹ ਭਾਵ ਪ੍ਰਗਟ ਕੀਤੇ, ਇਹਨਾਂ ਭਾਵਾਂ ਨੇ ਸਾਡੇ ਸਾਹਮਣੇ ਇੱਕ ਪੱਖ ਤੇ ਰੱਖਿਆ ਵੀ ਗੁਰੂ ਕੀ ਰੱਬ ਕੀ ਗੱਲ ਕਰਨ ਵਾਲਾ ਕੋਈ ਟਾਵਾਂ ਟਾਵਾਂ ਹੀ ਹੈ। ਇਹ ਪੱਖ ਤੇ ਸਤਿਗੁਰੂ, ਕਿਉਂਕਿ ਬਾਰ-ਬਾਰ ਜਿਹੜੇ ਲਫ਼ਜ਼ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਮਤਲਬ ਕੋਈ ਟਾਵਾਂ ਹੀ ਹੋਏਗਾ ਨਾ ਜਿਹੜਾ ਆ ਕੇ ਮਿਲਾਏਗਾ। ਕੋਈ ਜਨ ਹਰਸਿਉ ਦੇਵੇ ਜੋਰ, ਕੋਈ ਸੇਵਕ ਆਵੇ ਜਿਹੜਾ ਜੋੜ ਦਵੇ। ਜਾਂ ਜਿਹੜਾ ਬਚਨ ਆਪਾਂ ਪੜ੍ਹ ਕੇ ਆਏ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਕੋਈ ਆ ਕੇ ਮੈਨੂੰ ਬਾਤ ਸੁਣਾਏ। ਆਪਾਂ ਜਦੋਂ ਸਮਾਜਿਕ ਤੌਰ ਤੇ ਵਿਚਰਦੇ ਆ ਨਾ, ਖੁਦ ਇਮਾਨਦਾਰੀ ਨਾਲ ਆਪਣੇ ਅੰਦਰ ਅਸੀਂ ਝਾਤ ਮਾਰ ਕੇ ਵੇਖੀਏ, ਕਿੰਨੀ ਕੁ ਵਾਰੀ ਆਪਾਂ ਬਹਿ ਕੇ ਰੱਬ ਦੀ ਗੱਲ ਕਰਦੇ। ਚਾਰ ਬੰਦੇ ਕਿਤੇ ਬੈਠੇ ਹੋਣ ਆਪਸ ਵਿੱਚ ਤੇ ਕਿੰਨੀ ਕੁ ਵਾਰੀ ਬਹਿ ਕੇ ਅਸੀਂ ਰੱਬੀ ਗੱਲ ਕੀਤੀ। ਕਿੰਨੀ ਕੁ ਵਾਰੀ ਅਸੀਂ ਬੈਠ ਕੇ ਗੁਰੂ ਕੀਆਂ ਬਾਤਾਂ ਪਾਈਆਂ, ਜਾਂ ਕਿੰਨੀ ਕੁ ਵਾਰੀ ਬੈਠ ਕੇ ਅਸੀਂ ਰੱਬੀ ਪਿਆਰਿਆਂ ਦੀ, ਗੁਰੂ ਕੀਆਂ ਜਾਂ ਅਕਾਲ ਪੁਰਖ ਪਰਮੇਸ਼ਵਰ ਦੀਆਂ ਸਿਫਤ ਸਲਾਹ ਦੀਆਂ ਬਾਤਾਂ ਪਾਈਆਂ। ਜੇ ਕਿਤੇ ਚਾਰ ਬੰਦੇ ਬਹਿ ਜਾਣ ਤੇ ਸਭ ਤੋਂ ਪਹਿਲਾਂ ਤੇ ਹੋਰ ਕੁਝ ਨਹੀਂ, ਸਾਡੀਆਂ ਕਾਰ ਵਿਹਾਰਾਂ ਦੀਆਂ ਹੀ ਬਾਤਾਂ ਚੱਲਣਗੀਆਂ, ਬਾਕੀ ਪੱਖ ਤੇ ਸਾਰੇ ਹੀ ਪਾਸੇ ਰੱਖ ਦਿਓ। ਇਹਦਾ ਮਤਲਬ ਕਿਤੇ ਨਾ ਕਿਤੇ ਜਾ ਕੇ ਤੇ ਜੋ ਸਾਹਿਬ ਬਚਨ ਕਹਿ ਰਹੇ ਨੇ, ਉਹ ਮਾਲਕ ਪਾਤਸ਼ਾਹ ਇਸ ਗੱਲ ਦਾ ਪ੍ਰਗਟਾਵਾ ਕਰ ਰਹੇ ਵੀ ਕੋਈ ਟਾਵਾਂ ਹੀ ਹੈ, ਕੋਈ ਵਿਰਲਾ ਹੈ
ਜਿਹਦੇ ਕੋਲੋਂ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਸਿਫਤ ਸਲਾਹ ਸੁਣੀ ਜਾ ਸਕਦੀ ਹੈ। ਕੋਈ ਟਾਵਾਂ ਹੈ ਜਿਹੜਾ ਆ ਕੇ ਰੱਬ ਜੀ ਕੀ ਸਿਫਤ ਸਲਾਹ ਸੁਣਾਵੇਗਾ, ਕੋਈ ਵਿਰਲਾ ਹੈ ਜਿਹੜਾ ਆ ਕੇ ਪਰਮੇਸ਼ਵਰ ਦੀਆਂ ਬਾਤਾਂ ਦੱਸੇਗਾ, ਤੇ ਕੋਈ ਵਿਰਲਾ ਹੀ ਹੈ ਜਿਹੜਾ ਆ ਕੇ ਉਸ ਪਰਮੇਸ਼ਵਰ ਜੀ ਨਾਲ ਸਾਡਾ ਮਿਲਾਪ ਕਰਵਾਏਗਾ। ਨਹੀਂ ਤੇ ਝਮੇਲਿਆਂ ਵਿੱਚ ਆਪ ਫਸੇ, ਤੇ ਜਦੋਂ ਅਗਾਂਹ ਦੱਸਣ ਦੀ ਵਾਰੀ ਆਈ ਤੇ ਅਸੀਂ ਅਗਾਂਹ ਵੀ ਝਮੇਲਿਆਂ ਵਿੱਚ ਫਸਣ ਦੇ ਤਰੀਕੇ ਹੀ ਦੱਸੇ। ਕਦੇ ਅਸੀਂ ਇਹ ਨਹੀਂ ਦੱਸ, ਵੇਖੋ ਨਾ, ਇਨਸਾਨ ਆਪਸ ਵਿੱਚ ਮਿਲ ਕੇ ਇਹ ਤੇ ਗੱਲ ਕਰ ਸਕਦੇ ਨੇ ਵੀ ਜੇ ਸਾਡਾ ਬਿਜ਼ਨਸ ਘਾਟੇ ਵਿੱਚ ਹੈ ਤੇ ਵਾਧੇ ਵਿੱਚ ਕਿਵੇਂ ਜਾਵੇ, ਮੈਂ ਕਾਰ ਵਿਹਾਰ ਹੋਰ ਵਧਾਉਣਾ ਚਾਹੁੰਦਾ, ਦੱਸੋ ਮੈਂ ਕਿਹੜਾ ਕੰਮ ਆਰੰਭ ਕਰਾਂ। ਪਰ ਕੀ ਕਦੇ ਆਪਸ ਵਿੱਚ ਬਹਿ ਕੇ ਇਹ ਵਿਚਾਰ ਹੋਈ ਮੈਂ ਆਹ ਬਾਣੀ ਪੜ੍ਹ ਲੈਣਾ ਜੀ, ਇਹਦੇ ਤੋਂ ਇਲਾਵਾ ਮੈਂ ਹੋਰ ਕਿਹੜੀ ਬਾਣੀ ਪੜ੍ਹਾਂ? ਨਹੀਂ। ਕਦੇ ਇਹ ਵਿਚਾਰ ਹੋਈ ਵੀ ਮੈਂ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਰਸਤੇ ਤੋਂ ਖੁੰਝਦਾ ਜਾਣਾ, ਮੇਰੇ ਜੀਵਨ ਦੇ ਅੰਦਰਲਾ ਨੇਮ ਛੁੱਟਦਾ ਜਾਂਦਾ ਹੈ, ਮੈਂ ਆਪਣੇ ਨੇਮ ਨੂੰ ਪੱਕਿਆਂ ਕਿਵੇਂ ਕਰਾਂ, ਮੇਰਾ ਨੇਮ ਰਹਿੰਦਾ ਜਾ ਰਿਹਾ। ਕਦੇ ਇਹ ਵਿਚਾਰ ਹੋਈ? ਨਹੀਂ। ਕਿਵੇਂ ਮਿਲੇਗਾ ਪਰਮੇਸ਼ਵਰ? ਗੱਲਾਂ ਤੇ ਅਸੀਂ ਰੱਬੀ ਮਿਲਾਪ ਦੀਆਂ ਕਰ ਰਹੇ ਹਾਂ, ਬਾਤਾਂ ਅਸੀਂ ਰੱਬੀ ਮੇਲ ਦੀਆਂ ਕਰਨੀਆਂ, ਸੁਣਨੀਆਂ ਵੀ ਰੱਬੀ ਮਿਲਾਪ ਦੀਆਂ, ਤੇ ਆਪ ਜਦੋਂ ਵੇਖੋ ਇਕੱਠ ਵਿੱਚ ਬਹਿ ਕੇ ਹਰ ਬੰਦਾ ਭਲਾ ਹੈ, ਬਾਤ ਤੇ ਉਦੋਂ ਬਣਦੀ ਜਦੋਂ ਅਸੀਂ ਇਕੱਲਿਆਂ ਬਹਿ ਕੇ ਵੀ ਭਲੇ ਹੋਈਏ। ਇਕੱਠ ਵਿੱਚ ਬੈਠਾ ਹਰ ਬੰਦਾ ਚੰਗਾ ਹੈ, ਬਾਤ ਉਦੋਂ ਬਣਦੀ ਹੈ ਜਦੋਂ ਇਕੱਲਿਆਂ ਬਹਿ ਕੇ ਵੀ ਸਾਡੇ ਅੰਦਰ ਚੰਗਿਆਈ ਉਪਜੇ, ਫਿਰ ਅਸੀਂ ਕਹਿ ਸਕਦੇ ਹਾਂ ਅਸੀਂ ਚੰਗੇ ਹਾਂ। ਪਰ ਇਕੱਲਿਆਂ ਬੈਠਿਆਂ ਜਦੋਂ ਅਸੀਂ ਅੰਦਰ ਝਾਤ ਮਾਰਾਂਗੇ, ਆਪਣਾ ਅੰਦਰ ਫਰੋਲਾਂਗੇ, ਚੰਗਿਆਈ ਤੇ ਦੂਰ ਦੂਰ ਤੱਕ ਨਹੀਂ ਦਿਸਦੀ, ਉਦੋਂ ਤੇ ਸਿਰਫ ਅੰਦਰ ਹੈਵਾਨੀਅਤ ਹੀ ਨਜ਼ਰ ਆਉਂਦੀ, ਭੈੜੇ ਗੁਣ ਨਜ਼ਰ ਆਉਂਦੇ, ਔਗਣ ਨਜ਼ਰ ਆਉਂਦੇ। ਇਕੱਲਿਆਂ ਬੈਠਿਆਂ ਮਨ ਦੀ ਬੁੱਧੀ ਤੱਕ ਮਾੜੀ ਹੋ ਜਾਂਦੀ। ਜੇ ਚਾਰ ਬੰਦਿਆਂ 'ਚ ਬੈਠਾ ਹੋਵੇ ਤੇ ਫਿਰ ਏਦਾਂ ਹੁੰਦਾ ਵੀ ਇਹਦੇ ਵਰਗਾ ਤੇ ਭਗਤ ਰੱਬ ਨੇ ਦੂਜਾ ਪੈਦਾ ਹੀ ਨਹੀਂ ਕਰਨਾ। ਚਾਰ ਬੰਦਿਆਂ 'ਚ ਬੈਠਾ ਤੇ ਹਰ ਚੰਗਾ ਹੈ। ਇਕੱਲਿਆਂ ਬਹਿ ਕੇ ਅਸੀਂ ਕਿਸ ਤਰ੍ਹਾਂ ਦੇ ਆ, ਸਾਡੀ ਵਿਚਾਰ ਕਿਸ ਤਰ੍ਹਾਂ? ਚਾਰ ਬੰਦਿਆਂ 'ਚ ਬਹਿ ਕੇ ਰੱਬ ਦੀਆਂ ਗੱਲਾਂ ਹਰ ਕੋਈ ਕਰ ਲੈਂਦਾ ਹੈ, ਪਰ ਕੀ ਇਕੱਲਿਆਂ ਬਹਿ ਕੇ ਅਸੀਂ ਕਦੇ ਰੱਬ ਦੀ ਗੱਲ ਕੀਤੀ? ਗੁਰੂ ਕੀ ਵਿਚਾਰ ਚਾਰ ਮਨੁੱਖਾਂ 'ਚ ਬਹਿ ਕੇ ਹਰ ਕੋਈ ਕਰ ਲੈ, ਕੀ ਇਕੱਲਿਆਂ ਬਹਿ ਕੇ ਅਸੀਂ ਕਦੇ ਸੋਚਿਆ ਵੀ ਸਾਡਾ ਗੁਰੂ ਹੈ ਤੇ ਮੈਂ ਗੁਰੂ ਬਾਰੇ ਵਿਚਾਰ ਕਰਾਂ, ਮੈਂ ਗੁਰੂ ਕੀ ਸਿਫਤ ਸਲਾਹ ਬਾਰੇ ਸੋਚਾਂ? ਨਹੀਂ। ਰੱਬੀ ਮਿਲਾਪ ਕਿੱਥੇ? ਕਿਸੇ ਦੇ ਸਾਹਮਣੇ ਤੇ ਹਰ ਕੋਈ ਕਹਿ ਦੇਗਾ ਜੀ ਮੈਂ ਕੋਸ਼ਿਸ਼ ਤੇ ਬਹੁਤ ਕਰਦਾ ਪਰ ਅਜੇ ਬੜੀ ਦੂਰ ਆ। ਤੇ ਜੇ ਉਹੀ ਇਮਾਨਦਾਰੀ ਨਾਲ ਮਨ ਨੂੰ ਪੁੱਛੀਏ ਵੀ ਮਨਾ ਕਿਹੜੀ ਕੋਸ਼ਿਸ਼ ਕੀਤੀ, ਕਿੱਦਣ ਕੋਸ਼ਿਸ਼ ਕੀਤੀ ਵੀ ਮੈਂ ਰੱਬ ਵੱਲ ਨੂੰ ਤੁਰਾਂ? ਜੇ ਰੱਬ ਵੱਲ ਨੂੰ ਤੁਰਨ ਦੀ ਕੋਸ਼ਿਸ਼ ਵੀ ਕਰ ਲਈਏ ਨਾ, ਤੇ ਫਿਰ ਭਾਈ ਗੁਰਦਾਸ ਦੇ ਬੋਲ ਸਾਡੇ ਸਾਹਮਣੇ ਨੇ, ਸਿਰਫ ਇੱਕ ਕਦਮ ਤੁਰਨਾ ਸੀ ਤੇ ਗੁਰੂ ਅੱਗੋਂ ਕਰੋੜਾਂ ਕਦਮ ਲੈਣ ਆ ਜਾਂਦਾ। ਇਹਦਾ ਮਤਲਬ ਅਜੇ ਜੇ ਅਸੀਂ ਗੁਰੂ ਨਾਲ ਨਹੀਂ ਮਿਲੇ, ਪਰਮੇਸ਼ਵਰ ਨਾਲ ਸਾਡਾ ਮਿਲਾਪ ਨਹੀਂ ਹੋਇਆ, ਤੇ ਸਾਡੇ ਕੋਲੋਂ ਇੱਕ ਵੀ ਕਦਮ ਉਧਰ ਨੂੰ ਚੁੱਕਿਆ ਨਹੀਂ ਗਿਆ। ਜੇ ਅਸੀਂ ਚੁੱਕ ਲੈਂਦੇ ਤੇ ਫਿਰ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਵੇਖੋ, ਦੇਖਿਆ ਕਿਤੇ ਇਸ ਤਰ੍ਹਾਂ ਦਾ ਕੋਈ ਇਸ਼ਟ ਵੀ ਜਿਹੜਾ ਆਪਣੇ ਜਗਿਆਸੂ ਨੂੰ ਆਪਣੇ ਨਾਲ ਮਿਲਾਉਣ ਵਾਸਤੇ ਆਪ ਲੈ ਕੇ ਆਉਂਦਾ ਹੋਵੇ, ਜਾਂ ਆਪਣੇ ਪ੍ਰਤੀ ਜਗਿਆਸਾ ਰੱਖਣ ਵਾਲੇ ਨੂੰ ਆਪ ਮਿਲਣ ਜਾਂਦਾ ਹੋਵੇ ਵੀ ਤੂੰ ਮੇਰੇ ਪ੍ਰਤੀ ਜਗਿਆਸਾ ਰੱਖੀ, ਆ ਵੇਖ ਮੈਂ ਤੈਨੂੰ ਮਿਲਣ ਆ ਗਿਆ। ਗੱਲ ਤੇ ਮੇਰਾ ਮਨ ਤਿਆਰ ਹੈ, ਸਰੀਰ ਕਰਕੇ ਅਸੀਂ ਕਦਮ ਬਹੁਤ ਚੱਲਦੇ ਆ, ਇਹ ਨਹੀਂ ਕਾਇਆ ਕਰਕੇ ਬੜੇ ਕਦਮ ਚੱਲੇ ਅਸੀਂ, ਪਰ ਮਨ ਕਰਕੇ। ਉੱਥੇ ਖੇਡ ਮਨ ਦੀ ਹੈ ਵੀ ਅਸੀਂ ਗੁਰੂ ਕੀ ਸ਼ਰਨ ਵਾਲੇ ਪਾਸੇ ਕੀ ਚਰਨ ਆਪਣਾ ਇੱਕ ਵੀ ਪੈਰ ਅਸੀਂ ਤੁਰੇ ਆ। ਜੇ ਇੱਕ ਵੀ ਪੈਰ ਤੁਰੇ ਆ ਨਾ, ਤੇ ਦਾਅਵੇ ਨਾਲ ਗੁਰੂ ਹਜ਼ੂਰੀ 'ਚ ਬੈਠੇ ਇਹ ਬਾਤ ਕਰ ਰਹੇ ਆ ਆਪਾਂ,
ਗੁਰੂ ਅੱਗੋਂ ਕਰੋੜਾਂ ਕਦਮ ਲੈਣ ਆ ਜਾਂਦਾ ਹੈ ਵੀ ਤੂੰ ਮੈਨੂੰ ਮਿਲਣਾ ਹੈ, ਮੈਂ ਖੁਦ ਤੇਰੇ ਕੋਲ ਚੱਲ ਕੇ ਆਉਣਾ। ਪਰ ਅਫਸੋਸ ਇਸ ਗੱਲ ਦਾ ਹੈ ਵੀ ਅਸੀਂ ਇੱਕ ਕਦਮ ਵੀ ਉਧਰ ਨੂੰ ਤੁਰ ਨਹੀਂ ਸਕੇ। ਜੇ ਤੁਰ ਪੈਂਦੇ ਅੱਜ ਨੂੰ ਸ਼ਾਇਦ ਰੱਬ ਬਣ ਜਾਂਦੇ। ਜੇ ਤੁਰ ਪੈਂਦੇ ਅੱਜ ਨੂੰ ਅਸੀਂ ਵੀ ਰੱਬੀ ਗੁਣਾਂ ਦੇ ਧਾਰਨੀ ਬਣ ਜਾਂਦੇ, ਸਾਡੇ ਕੋਲ ਵੀ ਰੱਬੀ ਗੁਣ ਹੁੰਦੇ। ਪਰ ਅਸੀਂ ਤੁਰੇ, ਹਾਂ ਤੁਰੇ ਜ਼ਰੂਰ ਆ, ਪਰ ਸਾਡਾ ਰਸਤਾ ਤਬਦੀਲ ਹੋ ਗਿਆ। ਤੁਰਨਾ ਤੇ ਅਸੀਂ ਲਿਵ ਦੇ ਰਾਹ ਤੇ ਸੀ, ਪਰ ਤੁਰ ਅਸੀਂ ਧਾਤ ਦੇ ਰਸਤੇ ਤੇ ਪਏ। ਉਹ ਰਾਹ ਤੇ ਤੁਰਿਆ ਅਸੀਂ ਆਪਣੀ ਮੰਜ਼ਿਲ ਵੱਲ, ਤੇ ਕੀ ਵਧਣਾ ਸੀ, ਸਾਡੀ ਮੰਜ਼ਿਲ ਤੋਂ ਦੂਰੀ ਵਧੀ ਹੈ। ਤੁਰ ਅਸੀਂ ਰਹੇ ਹਾਂ, ਮਿਹਨਤ ਸਾਡੀ ਬਹੁਤ ਹੈ, ਮਸ਼ੱਕਤ ਬਹੁਤ ਹੈ, ਪਰ ਉਹ ਸਾਡੀ ਮਿਹਨਤ ਤੇ ਸਾਡੀ ਮਸ਼ੱਕਤ ਵੀ ਸਾਡੇ ਨੁਕਸਾਨ ਦੀ ਹੈ, ਲਾਹੇ ਦੀ ਨਹੀਂ। ਜਿਹੜਾ ਬੰਦਾ ਆਪਣੇ ਮੰਜ਼ਿਲ ਵਾਲੇ ਰਸਤੇ ਨੂੰ ਤੁਰੇ, ਉਹਦੀ ਮਿਹਨਤ ਇੱਕ ਦਿਨ ਰੰਗ ਲੈ ਕੇ ਆਏਗੀ। ਤੇ ਜਿਹੜਾ ਇਨਸਾਨ ਬਿਲਕੁਲ ਆਪੋਜ਼ਿਟ ਰਸਤੇ ਵੱਲ ਤੁਰ ਪਏ, ਉਹਦੀ ਮਿਹਨਤ ਕੀ ਲਿਆਏਗੀ? ਉਹਦੀ ਮਿਹਨਤ ਨੇ ਵੀ ਰੰਗ ਹੀ ਲਾਉਣੇ ਨਾ। ਰੰਗ ਇਹ ਵੀ ਜਿੱਥੇ 4 ਘੰਟੇ ਲੱਗਣੇ ਹੀ, ਉੱਥੇ ਹੁਣ ਉਹਨੂੰ 8 ਘੰਟੇ ਲੱਗ ਜਾਣੇ। 4 ਘੰਟੇ ਤੋਂ ਪਿੱਛੇ ਨੂੰ ਮੁੜ ਗਿਆ। ਅਸੀਂ ਰਸਤੇ ਦੋ ਨੇ, ਦੋਹਾਂ ਰਸਤਿਆਂ ਦੇ ਉੱਤੇ ਇੱਕ ਲਿਵ ਦਾ ਤੇ ਇੱਕ ਧਾਤ ਦਾ, ਇੱਕ ਸੁਰਤ ਦਾ ਤੇ ਇੱਕ ਮਤਲਬ ਅਕਾਲ ਪੁਰਖ ਪਰਮੇਸ਼ਵਰ ਜੀ ਕੇ ਮਿਲਾਪ ਦਾ, ਤੇ ਦੂਜਾ ਰੱਬ ਜੀ ਤੋਂ ਵਿਛੋੜੇ ਦਾ। ਅਸੀਂ ਉਸ ਰਾਹ ਤੇ ਤੁਰੇ ਆ ਜਿਹੜਾ ਰੱਬ ਤੋਂ ਨਖੇੜ ਰਿਹਾ, ਰੱਬ ਤੋਂ ਵਿਛੋੜ ਰਿਹਾ। ਦਿਨੋਂ ਦਿਨ ਦੂਰੀ ਵੱਧਦੀ ਜਾਂਦੀ, ਖਚਤ ਹੋ ਰਹੇ ਆ, ਗਲਤਾਨ ਹੋ ਰਹੇ ਆ, ਅਸਲਾ ਆਪਣਾ ਭੁੱਲਦੇ ਜਾ ਰਹੇ ਆ। ਤੇ ਸਾਹਿਬ ਜੀ ਨੇ ਅੱਜ ਆਖਿਆ, ਕਹਿੰਦੇ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈ ਹੈ, ਫਿਰ ਹਰ ਕੇ ਸੰਤ ਮਿਲੋ। ਕੋਈ ਰੱਬੀ ਪਿਆਰਾ ਮਿਲੇ, ਮਨ ਦੇਵਾਂ, ਕੋਈ ਕੀਮਤ ਦੇਣੀ ਪਏ। ਮਨ ਦੇਵਾਂ ਤੋਂ ਭਾਵ ਮੈਂ ਹਰ ਕੀਮਤ ਅਦਾ ਕਰਨ ਵਾਸਤੇ ਤਿਆਰ ਹਾਂ। ਜੇ ਕਿਤੇ ਕੋਈ ਰੱਬੀ ਪਿਆਰਾ ਮਿਲੇ ਤੇ ਮੈਨੂੰ ਰੱਬ ਜੀ ਦੇ ਬਾਰੇ ਵਿੱਚ ਦੱਸੇ। ਜਿਹਨੂੰ ਮਾਲਕ ਜੀ ਨੇ ਆਖਿਆ ਨਾ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਣ ਅਕੋਰ। ਪ੍ਰਾਣ ਵੀ ਭੇਟਾ ਵਜੋਂ ਮੈਂ ਰੱਖ ਦਿਆਂਗਾ, ਬਸ ਇੱਕ ਵਾਰੀ ਦਰਸ਼ਨ ਕਰਵਾਏ ਤੇ ਜੋ ਭੇਟਾ ਮੇਰੇ ਕੋਲੋਂ ਮੰਗੇ ਮੈਂ ਉਹਦੇ ਅੱਗੇ ਰੱਖ ਦਿਆਂ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵੇਚ ਆਈ। ਆਪਣਾ ਆਪਾਂ ਵੇਚਦੇ ਆ ਮੈਂ ਤੇ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਖੇਡ ਪਈ ਹੈ ਕਿਤੇ ਅੱਗ ਵਿੱਚ ਸਾੜਨਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਿਬ ਜੀ ਨੇ ਵਰਤੇ ਨਾ, ਇਹ ਸਾਰੇ ਮਤਲਬ ਇਹ ਵੀ ਮੈਂ ਹਰ ਕੀਮਤ ਦੇਣ ਵਾਸਤੇ ਤਿਆਰ ਹਾਂ ਉਸ ਪਰਸਨ, ਉਸ ਸ਼ਖਸ ਨੂੰ ਜਿਹੜਾ ਹਰ ਸਿਉ ਦੇਵੈ ਜੋਰ, ਜਿਹੜਾ ਪ੍ਰੀਤਮ ਪਿਆਰੇ ਨਾਲ ਮਿਲਾਤ ਹੈ। ਮੈਂ ਹਰ ਕੀਮਤ ਦੇਣ ਵਾਸਤੇ ਤਿਆਰ ਹਾਂ। ਤੇ ਸਾਹਿਬ ਕਹਿੰਦੇ ਫਿਰ ਹਰ ਕੇ ਸੰਤ ਮਿਲੋ ਮਨ ਦੇਵਾਂ, ਜੋ ਗੁਰਬਾਣੀ ਮੁਖ ਚਾਹੁੰਦਾ ਜੀਓ। ਗੁਰਬਾਣੀ ਮੁਖ ਤੋਂ ਉਚਾਰਨ ਕਰਦਾ ਹੈ, ਮਤਲਬ ਰੱਬੀ ਗੁਣਾਂ ਨੂੰ ਜਿਹੜਾ ਆਪਣੀ ਰਸਨਾ ਤੋਂ ਉਚਾਰ ਰਿਹਾ ਹੈ। ਵੱਡ ਭਾਗੀ ਹਰ ਸੰਤ ਮਿਲਾਇਆ, ਗੁਰ ਪੂਰੈ ਹਰ ਰਸ ਮੁਖ ਪਾਇਆ। ਭਾਗਹੀਣ ਸਤ ਗੁਰ ਨਹੀਂ ਪਾਇਆ, ਮਨ ਮੁਖ ਗਰਭ ਜੋਨੀ ਨਿਤ ਪਾਉਂਦਾ ਜਿਉ। ਫਿਰ ਗੁਰੂ ਸਾਹਿਬ ਜੀ ਨੇ ਦੋ ਸ਼ਖਸੀਅਤਾਂ ਦੀ ਗੱਲ ਕੀਤੀ, ਇੱਕ ਵੱਡ ਭਾਗੀ ਤੇ ਇੱਕ ਭਾਗਹੀਣ। ਵੱਡ ਭਾਗੀ ਵੀ ਸਾਡੇ ਕਰਮਾਂ ਨੇ ਬਣਾਉਣਾ ਤੇ ਭਾਗਹੀਣ ਵੀ ਸਾਡੇ ਕਰਮ ਹੀ ਬਣਾਉਂਦੇ ਨੇ। ਜਿਹਦੇ ਤੇ ਕਰਮ ਚੰਗੇ ਉਹ ਵੱਡ ਭਾਗੀ ਬਣ ਜਾਂਦਾ ਹੈ, ਜਿਸ ਦੇ ਕਰਮ ਚੰਗੇ ਨਹੀਂ ਉਹ ਭਾਗਾਂ ਤੋਂ ਹੀਣਾ ਬਣ ਜਾਂਦਾ ਹੈ। ਫਿਰ ਦੋਸ਼ ਅਸੀਂ ਕਿਸਮਤ ਦਾ ਕੱਢਦੇ ਹਾਂ, ਇਹ ਬਾਤ ਪੱਕ ਵੱਖਰਾ। ਕਰਮ ਸਾਡੇ ਕੰਮਾਂ ਨੇ ਸਾਨੂੰ ਵਡਭਾਗੇ ਬਣਾਉਣਾ,
ਕਰਮ ਸਾਡੇ ਸਾਡੇ ਕੰਮਾਂ ਨਹੀਂ ਭਾਗਹੀਣ ਬਣਾਉਣਾ। ਜਦੋਂ ਅਸੀਂ ਵਡਭਾਗੇ ਬਣੇ ਫਿਰ ਵੀ ਅਸੀਂ ਕਿਆ ਪਾਈ ਕਿਸਮਤ, ਜਦੋਂ ਅਸੀਂ ਭਾਗਹੀਣ ਹੋ ਗਏ ਫਿਰ ਵੀ ਕਿਆ ਕਿਸਮਤ। ਕਿਸਮਤ ਦਾ ਤੇ ਖੇਡ ਹੀ ਨਹੀਂ ਵਿੱਚ। ਜਿਵੇਂ ਇਨਸਾਨ ਨੇ ਚੰਗੇ ਕਰਮ ਕੀਤੇ, ਚੰਗੇ ਕਰਮਾਂ ਦਾ ਨਤੀਜਾ ਸੀ ਕਿ ਉਹਦਾ ਚੰਗੇ ਕਰਮਾਂ ਦੇ ਸਦਕਾ ਨਤੀਜਾ ਬੜਾ ਵਧੀਆ ਆਇਆ। ਅਸੀਂ ਇਹਦੇ ਭਾਗ ਬੜੇ ਵਧੀਆ, ਬੜਾ ਚੰਗਾ, ਇਹਦੀ ਕਿਸਮਤ ਬੜੀ ਵਧੀਆ। ਤੇ ਦੂਜੇ ਪਾਸੇ ਕੰਮ ਮਾੜੇ, ਤੇ ਹੁਣ ਮਾੜੇ ਕੰਮਾਂ ਦਾ ਨਤੀਜਾ ਵੀ ਮਾੜਾ, ਫਿਰ ਵੀ ਇਹਦੀ ਕਿਸਮਤ ਨੂੰ ਪਤਾ ਨਹੀਂ ਕੀ ਹੈ। ਹੁਣ ਉੱਥੇ ਕਿਸਮਤ ਕਿਆ ਕਰੇਗੀ, ਕਰਮ ਤੇ ਉਹਦੇ ਆਪਣੇ ਬੁਰੇ। ਮਾਲਕ ਕਹਿੰਦੇ ਵੱਡ ਭਾਗੀ ਹਰ ਸੰਤ ਮਿਲਾਇਆ, ਚੰਗੇ ਭਾਗਾਂ ਸਦਕਾ ਹਰੀ ਪਰਮੇਸ਼ਵਰ ਜੀ ਨੇ ਸੰਤ ਮਿਲਾਇਆ। ਜਾਂ ਇਉਂ ਕਹਿ ਲਈਏ ਹਰੀ ਪਰਮੇਸ਼ਵਰ ਰੂਪ ਸੰਤ ਮਿਲ ਗਿਆ ਚੰਗੇ ਭਾਗਾਂ ਸਦਕਾ। ਹੁਣ ਉਹ ਚੰਗੇ ਭਾਗ ਬਣੇ ਕਿੱਦਾਂ? ਗੁਰ ਪੂਰੈ ਹਰ ਰਸ ਮੁਖ ਪਾਇਆ, ਪੂਰੇ ਗੁਰੂ ਨੇ ਕਿਰਪਾ ਕਰਕੇ ਹਰੀ ਰਸ ਮੇਰੇ ਮੁਖ ਵਿੱਚ ਦੇ ਦਿੱਤਾ, ਮੇਰੇ ਮੁਖ ਵਿੱਚ ਉਹਨੇ ਹਰੀ ਰਸ ਦੀਆਂ ਬੂੰਦਾਂ ਪਾਤੀਆਂ। ਹੁਣ ਉਹ ਕੀ ਬਣਾਤਾ ਮੈਨੂੰ? ਵੱਡਿਆਂ ਭਾਗਾਂ ਵਾਲਾ। ਤੇ ਜੇ ਗੁਰੂ ਮੈਨੂੰ ਕਵੇ ਵੀ ਲੈ ਹਰ ਰਸ ਦੀਆਂ ਬੂੰਦਾਂ ਚੱਖ, ਤੇ ਮੈਂ ਕਹਾਂ ਵੀ ਨਾ, ਤੇ ਹੁਣ ਮੈਂ ਇਹ ਥੋੜੀ ਕਹਾਂਗਾ ਵੀ ਮੇਰੀ ਕਿਸਮਤ ਮਾੜੀ। ਮੇਰੇ ਕਰਮਾਂ ਨੇ ਮੇਰੇ ਭਾਗਹੀਣ ਮੈਨੂੰ ਕੀਤਾ। ਗੁਰੂ ਤੇ ਕਹਿ ਰਿਹਾ ਵੀ ਲੈ ਅੰਮ੍ਰਿਤ ਲੈ ਰਸ ਚੱਖ, ਮੈਂ ਆਪ ਹੀ ਇਨਕਾਰੀ ਹਾਂ। ਜਿੰਨੇ ਚੱਖ ਲਿਆ, ਸਾਹਿਬ ਕਹਿੰਦੇ ਵੱਡ ਭਾਗੀ ਹਰ ਸੰਤ ਮਿਲਾਇਆ, ਉਹ ਮਿਲ ਗਿਆ, ਉਹ ਤੇ ਉਹਦਾ ਤੇ ਮਿਲਾਪ ਹੋ ਗਿਆ, ਉਹਨੇ ਤੇ ਪਰਮੇਸ਼ਵਰ ਨੂੰ ਮਿਲ ਲਿਆ। ਪਰ ਇਹ ਸਾਰੀ ਖੇਡ ਉਦੋਂ ਬਣੀ ਜਦੋਂ ਗੁਰਪੂਰੈ ਹਰ ਰਸ ਮੁਖ ਪਾਇਆ। ਫਿਰ ਅਗਲੀ ਪੰਕਤੀ ਚ ਕਹਿੰਦੇ ਭਾਗਹੀਣ ਸਤਿਗੁਰ ਨਹੀਂ ਪਾਇਆ। ਜਿਹਦੇ ਚੰਗੇ ਭਾਗ ਸੀ ਉਹ ਗੁਰੂ ਕੋਲ ਆ ਗਿਆ, ਜਿਹੜਾ ਭਾਗਾਂ ਤੋਂ ਹੀਣਾ ਸੀ ਉਹ ਨਹੀਂ ਆਇਆ। ਜਿਵੇਂ ਦੋ ਮਨੁੱਖ, ਮਿੱਤਰਤਾ ਬਹੁਤ ਹੈ, ਦੋਵਾਂ ਦੀ ਆਪਸ ਚ ਬੜੀ ਮਿੱਤਰਤਾ। ਸੰਸਾਰਕ ਕੋਈ ਵਿਹਾਰ ਕਰਦੇ ਨੇ ਇਕੱਠਿਆਂ ਹੀ ਤੁਰਨਾ, ਦੋਵਾਂ ਨੇ ਜਿਸ ਪਾਸੇ ਜਾਣਾ ਇਕੱਠਿਆਂ ਹੀ। ਹੁਣ ਉਸ ਹਿਸਾਬ ਨਾਲ ਭਾਗ ਤੇ ਦੋਵਾਂ ਦੇ ਇੱਕੋ ਜਿਹੇ ਹੋਣੇ ਚਾਹੀਦੇ। ਜੇ ਕਿਤੇ ਸੰਸਾਰਕ ਤੌਰ ਤੇ ਜਾਣਾ ਤਾਂ ਵੀ ਇਕੱਠੇ, ਰਿਸ਼ਤੇਦਾਰੀ ਨਾਤੇ ਵਿੱਚ ਜਾਣਾ ਤਾਂ ਵੀ ਇਕੱਠਿਆਂ ਜਾਣਾ, ਜਿਸ ਪਾਸੇ ਵੀ ਜਾਣਾ ਇਕੱਠਿਆਂ ਹੀ ਜਾਣਾ ਹੈ। ਜੋ ਖਾਣਾ ਜੋ ਪੀਣਾ ਇਕੱਠਿਆਂ ਹੀ, ਭਾਗ ਵੀ ਇੱਕੋ ਜਿਹੇ ਹੋਣੇ ਚਾਹੀਦੇ। ਪਰ ਹੁਣ ਕਰਮ ਇੱਕੋ ਜਿਹੇ ਕਰਦੇ ਨੇ ਜਿਹੜੇ ਮਤਲਬ ਵਿਚਰਨ ਵਾਲੇ। ਉਹਦੇ ਤੋਂ ਇਲਾਵਾ ਜਿਹੜੇ ਕਰਮਾਂ ਦੇ ਸਦਕਾ, ਕਰਮ ਮਤਲਬ ਕੰਮ, ਹੁਣ ਤੁਰਨਾ ਫਿਰਨਾ ਇਕੱਠਿਆਂ ਇਹ ਨਹੀਂ ਸਾਬਤ ਕਰਦਾ ਕਿ ਦੋਵਾਂ ਦੇ ਕਰਮ ਇੱਕੋ ਜਿਹੇ ਹੋਣਗੇ। ਦੋਵੇਂ ਚੱਲ ਇਕੱਠੇ ਰਹੇ ਕਦਮ ਨਾਲ ਕਦਮ ਮਿਲਾ ਕੇ, ਪਰ ਸੁਰਤਾਂ ਦੋਵਾਂ ਦੀਆਂ ਵੱਖਰੀਆਂ ਨੇ। ਹੱਥਾਂ ਨਾਲ ਵਿਹਾਰ ਇੱਕੋ ਜਿਹਾ ਕਰ ਰਹੇ ਨੇ, ਪਰ ਸੁਰਤ ਦੋਵਾਂ ਦੀ ਵੱਖਰੀ ਹੈ। ਜ਼ੁਬਾਨ ਨਾਲ ਸ਼ਬਦ ਇੱਕੋ ਜਿਹੇ ਬੋਲ ਰਹੇ, ਪਰ ਸੁਰਤ ਦੋਵਾਂ ਦੀ ਵੱਖਰੀ। ਕੰਨਾਂ ਦੇ ਨਾਲ ਸ਼ਬਦ ਸੁਣ ਇੱਕੋ ਜਿਹੇ ਰਹੇ ਨੇ, ਪਰ ਸੁਰਤ ਫਿਰ ਦੋਵਾਂ ਦੀ ਵੱਖਰੀ। ਹੁਣ ਇੱਕ ਹੱਥਾਂ ਨਾਲ ਕੰਮ ਕਰ ਰਿਹਾ, ਉਹ ਕਹਿੰਦਾ ਵੀ ਇਹ ਕੰਮ ਕਰਕੇ ਮੈਂ ਕਿਸੇ ਦਾ ਭਲਾ ਕਰਾਂ। ਉਹੀ ਕੰਮ ਦੂਜਾ ਆਪਣੇ ਹੱਥਾਂ ਨਾਲ ਕਰ, ਉਹ ਕਹਿੰਦਾ ਮੈਂ ਇਹ ਕੰਮ ਕਰਕੇ ਉਹਦਾ ਭਲਾ ਤੇ ਹੈ, ਮੇਰਾ ਕੀ ਭਲਾ ਹੈ, ਉਹ ਆਪਣੇ ਬਾਰੇ ਸੋਚਦਾ ਹੈ। ਹੁਣ ਇਹ ਕਰਮ, ਇਹਨਾਂ ਕਰਮਾਂ ਦੇ ਸਦਕਾ ਹੁਣ ਨਤੀਜਾ, ਉਹ ਕਹਿੰਦਾ ਵੀ ਚੱਲ ਸੱਜਣਾ ਅੱਜ ਆਪਾਂ ਧਰਮ ਅਸਥਾਨ ਤੇ ਜਾਣਾ, ਦੂਜਾ ਕਹਿੰਦਾ ਵੀ ਤੂੰ ਕੱਲਾ ਹੀ ਜਾ ਆ, ਮੈਂ ਨਹੀਂ ਜਾਣਾ। ਇੱਕ ਕਰਮ ਦੀ ਤਬਦੀਲੀ ਹੋਈ।
ਹੁਣ ਜਿਹੜਾ ਧਰਮ ਅਸਥਾਨ ਤੇ ਨਹੀਂ ਗਿਆ, ਸ਼ਾਮਾਂ ਨੂੰ ਉਹ ਕਹਿੰਦਾ ਵੀ ਚੱਲ ਮੇਰੇ ਨਾਲ ਚੱਲ, ਮੈਂ ਤੈਨੂੰ ਫਲਾਣੀ ਥਾਂ ਲੈ ਕੇ ਚੱਲਦਾ, ਉਹ ਕਹਿੰਦਾ ਵੀ ਤੂੰ ਜਾਇਆ, ਮੈਂ ਨਹੀਂ ਜਾਣਾ। ਦੋ ਕਰਮਾਂ ਦੀ ਤਬਦੀਲੀ ਹੋ ਗਈ। ਇੱਕ ਉਹਨੇ ਭਲਾ ਕਰਮ ਕੀਤਾ, ਉਹ ਧਰਮ ਅਸਥਾਨ ਤੇ ਚਲੇ ਗਿਆ। ਉਹਨੇ ਭਲਾ ਕਰਮ ਨਹੀਂ ਕੀਤਾ, ਉਹ ਧਰਮ ਅਸਥਾਨ ਤੇ ਨਹੀਂ ਗਿਆ। ਦੂਜਾ, ਉਹ ਵਿਕਾਰਾਂ ਵਾਲੀ ਥਾਂ ਤੇ ਚਲਾ ਗਿਆ, ਉਹਦਾ ਦੂਜਾ ਬੁਰਾ ਕਰਮ। ਉਹਨੇ ਉੱਥੋਂ ਜਾਣ ਤੋਂ ਇਨਕਾਰੀ ਹੋ ਗਿਆ, ਉਹਦਾ ਦੂਜਾ ਭਲਾ ਕਰਮ। ਇਹਨਾਂ ਕਰਮਾਂ ਨੇ ਤਬਦੀਲੀ ਲਿਆਂਦੀ। ਇੱਕ ਭਾਗਾਂ ਵਾਲਾ ਬਣ ਗਿਆ ਤੇ ਦੂਜਾ ਭਾਗਾਂ ਤੋਂ ਹੀਣ ਹੋ ਗਿਆ। ਜਿਹੜਾ ਧਰਮ ਅਸਥਾਨ ਤੇ ਗਿਆ, ਉਹਨੇ ਧਰਮ ਦੀ ਬਾਤ ਸੁਣੀ, ਵਿਚਾਰ ਸੁਣੀ, ਉਸ ਵਿਚਾਰ ਦੇ ਸਦਕਾ ਉਹਨੇ ਕਰਮ ਹੋਰ ਚੰਗੇ ਕੀਤੇ। ਚੰਗੇ ਕਰਮਾਂ ਦਾ ਨਤੀਜਾ ਇੱਕ ਦਿਨ ਆਇਆ ਕਿ ਉਹ ਰੱਬੀ ਮਿਲਾਪ ਦਾ ਪਾਤਰ ਬਣ ਗਿਆ। ਦੂਜੇ ਪਾਸੇ ਸਾਹਿਬ ਜੀ ਨੇ ਜ਼ਿਕਰ ਕਰਦਿਆਂ ਆਖਿਆ, ਭਾਗਹੀਣ ਸਤਿਗੁਰ ਨਹੀਂ ਪਾਇਆ, ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀਓ। ਉਹ ਭਾਗਾਂ ਤੋਂ ਹੀਣਾ, ਗੁਰੂ ਤੋਂ ਸਖਣਾ ਰਿਹਾ, ਫਿਰ ਆਪਣੇ ਮਨ ਪਿੱਛੇ ਲੱਗ ਕੇ ਐਸਾ ਤੁਰਿਆ ਕਿ ਜੰਮਣ ਮਰਨ ਦੇ ਗੇੜ ਵਿੱਚ ਹੀ ਉਲਝ ਕੇ ਰਹਿ ਗਿਆ। ਠੀਕ ਉਸੇ ਤਰ੍ਹਾਂ ਚੰਦਨ ਦੇ ਕੋਲੇ ਵਸਣ ਵਾਲੇ ਰੁੱਖ ਸਾਰੇ ਹੀ ਚੰਦਨ ਬਣ ਜਾਂਦੇ ਨੇ, ਪਰ ਚੰਦਨ ਦੇ ਕੋਲ ਵਸਣ ਵਾਲਾ ਕਦੇ ਬਾਂਸ ਚੰਦਨ ਨਹੀਂ ਬਣਿਆ। ਦੇਖੋ ਕਿੱਡਾ ਸੋਹਣਾ ਦੋਵਾਂ ਦਾ ਜ਼ਿਕਰ ਸਾਹਿਬ ਬਾਣੀ 'ਚ ਕਰਦੇ। ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ, ਕਹਿੰਦੇ ਤੁਮ ਚੰਦਨ ਹਮ ਅਰਿੰਡ ਬਾਪੁਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸਾ। ਉਹਦੇ ਚੰਗੇ ਕਰਮ ਸਨ ਕੇ ਉਹ ਚੰਦਨ ਕੋਲੇ ਲੱਗ ਗਿਆ। ਹੁਣ ਚੰਗੇ ਕਰਮ ਤੇ ਬਾਂਸ ਦੇ ਵੀ ਨੇ, ਵੀ ਉਹ ਵੀ ਚੰਦਨ ਕੋਲ ਲੱਗਿਆ। ਪਰ ਬਾਬਾ ਕਬੀਰ ਸਾਹਿਬ ਕਹਿੰਦੇ, ਕਬੀਰ ਬਾਂਸ ਵਡਾਈ ਬੂਢਿਆ, ਇਉਂ ਮਤ ਡੂਬੋ ਕੋਏ, ਚੰਦਨ ਕੈ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਕਰਮ ਤੇ ਆਪਣੇ ਆਪਣੇ ਨਾ। ਦੋਵਾਂ ਰੁੱਖਾਂ ਨੂੰ ਚੰਦਨ ਦੇ ਕੋਲੇ ਦਿੱਤਾ ਲਾ, ਇੱਕ ਪਾਸੇ ਬਾਂਸ ਦਾ ਰੁੱਖ, ਦੂਜੇ ਪਾਸੇ ਅਰਿੰਡ ਦਾ। ਅਰਿੰਡ ਨੇ ਆਪਾ ਭਾਵ ਛੱਡ ਕੇ ਚੰਦਨ ਨੂੰ ਅਪਣਾ ਲਿਆ। ਬਾਂਸ ਕਹਿੰਦਾ, ਲੈ ਤੂੰ ਨਿੱਕਾ ਜਿਹਾ ਤੇ ਮੇਰੀ ਲੰਬਾਈ ਵੇਖ। ਕਿਉਂਕਿ ਗੁਰਬਾਣੀ ਨੇ 52 ਚੰਦਨ ਕਹਿ ਕੇ ਵੀ ਸੰਬੋਧਨ ਕੀਤਾ ਨਾ। 52 ਚੰਦਨ ਕਹਿ ਕੇ ਇਸ ਕਰਕੇ ਮੰਨਿਆ ਜਾਂਦਾ ਹੈ, ਮੰਨਦੇ ਨੇ ਕਿ ਚੰਦਨ ਦੀ ਲੰਬਾਈ 52 ਉਂਗਲਾਂ ਦੀ ਹੈ, ਇਸ ਕਰਕੇ ਉਹਨੂੰ 52 ਚੰਦਨ ਵੀ ਕਿਹਾ ਜਾਂਦਾ ਹੈ। ਤੇ ਬਾਂਸ ਉਹ ਭਾਵੇਂ 20 ਫੁੱਟ ਦਾ ਲੈ ਆਓ ਤੇ ਭਾਵੇਂ 40 ਦਾ ਲੈ ਆਓ। ਹੁਣ ਜਿਹੜਾ ਚੰਦਨ ਦੇ ਕੋਲੇ ਵਸ ਕੇ ਇਹ ਕਹਿ ਰਿਹਾ ਵੀ ਵੇਖ ਤੂੰ ਨਿੱਕਾ ਜਿਹਾ, ਅਕਸਰ ਅਸੀਂ ਇਦਾਂ ਹੀ ਕਹਿੰਦੇ ਆ ਵੀ ਅਜੇ ਤੇਰੀ ਉਮਰ ਹੀ ਕੀ ਹੋਈ, ਮੈਂ ਤੇ ਆਪਣੀ ਸਾਰੀ ਉਮਰ ਕੱਢ ਲਈ। ਇੱਥੋਂ ਤੱਕ ਵੀ ਲਫ਼ਜ਼ ਵਰਤ ਲੈਨੇ ਆ ਕਿ ਮੈਂ ਆਪਣੇ ਕੇਸ ਧੁੱਪੇ ਨਹੀਂ ਚਿੱਟੇ ਕੀਤੇ, ਜ਼ਿੰਦਗੀ ਹੰਡਾਈ ਹੈ। ਤੇਰੇ ਕੋਲੋਂ ਕੀ ਸਿੱਖਣਾ ਮੈਂ? ਪਰ ਗੁਣ ਕਦੇ ਉਮਰ ਜਾਂ ਸਰੂਪ ਵੇਖ ਕੇ ਨਹੀਂ ਮਿਲਿਆ ਕਰਦੇ। ਗੁਣ ਗੁਰੂ ਬਖਸ਼ਿਸ਼ ਸਦਕਾ ਜਦੋਂ ਜੀਵ ਅਪਣਾਉਂਦਾ, ਫਿਰ ਗੁਣਾਂ ਦਾ ਧਾਰਨੀ ਬਣਦਾ। ਚੰਦਨ ਕੋਲ ਉਹਦਾ ਸਰੂਪ ਜਾਂ ਉਹਦਾ ਦਿੱਖ ਵੇਖ ਕੇ ਸੁਗੰਧੀ ਨਹੀਂ ਆਈ, ਉਹਦੀ ਸੁਗੰਧੀ ਰੱਬੀ ਬਖਸ਼ਿਸ਼ ਹੈ। ਬਾਂਸ ਆਪਣੇ ਰੂਪ ਨੂੰ ਵੇਖ ਕੇ ਅਹੰਕਾਰਿਆ ਸਖਣਾ ਹੀ ਰਹਿ ਗਿਆ। ਹੁਣ ਭਾਗਾਂ ਤੋਂ ਹੀਣਾ ਇੱਕ ਪਾਸੇ, ਹੁਣ ਉਹ ਜਿਹੜਾ ਅਰਿੰਡ ਹੈ ਉਹਨੇ ਸੁਗੰਧੀ ਐਸੀ ਅਪਣਾਈ, ਉਹ ਵੀ ਚੰਦਨ ਵਰਗਾ ਬਣ ਗਿਆ। ਤੇ ਬਾਂਸ ਹੁਣ ਮਨਮੁਖ ਹੈ ਨਾ, ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀ। ਉਹ ਖੜਾ ਵਿਚਾਰਾ ਸੜਦਾ ਰਿਹਾ, ਆਪ ਵੀ ਸੜਿਆ, ਤੇ ਜਦੋਂ ਅੱਗ ਲਾਈ ਤੇ ਜੰਗਲ ਨੂੰ ਅੱਗ ਵੀ ਉਸੇ ਨੇ ਹੀ ਲਾਈ। ਉਹ ਕਹਿੰਦਾ ਨਾ ਮੈਂ ਆਪ ਵਸਾਂ ਤੇ ਨਾ ਦੂਜੇ ਨੂੰ ਵਸਣ ਦਿਆਂ। ਆਪ ਵੀ ਖਹਿੰਦਾ ਰਿਹਾ, ਆਪਸ ਵਿੱਚ ਖਹਿੰਦਿਆਂ ਨੇ ਅੱਗ ਲਾਈ, ਆਪ ਤੇ ਸੜਿਆ ਹੀ ਸੜਿਆ, ਉਹਨੇ ਸਾਰੇ ਦਾ ਸਾਰਾ ਜੰਗਲ ਵੀ ਸਾੜ ਕੇ ਤਬਾਹ ਕਰਤਾ। ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀ। ਭਾਗਾਂ ਤੋਂ ਹੀਣਾ ਇਸ ਕਰਕੇ ਹੋਇਆ ਕਿਉਂਕਿ ਗੁਰੂ ਕੇ ਗਿਆਨ ਤੋਂ ਸਖਣਾ, ਗੁਰੂ ਬਖਸ਼ਿਸ਼ ਤੋਂ ਸਖਣਾ ਰਹਿ ਗਿਆ। ਮਤ ਆਪਣੀ ਅਪਣਾਉਂਦਾ ਰਿਹਾ,
ਗੁਰੂ ਮੱਤ ਤੋਂ ਪਾਸੇ ਹੋ ਗਿਆ। ਗੁਰੂ ਮੱਤ ਤੋਂ ਪਾਸੇ ਹੋਇਆ, ਗਰਭ ਦੀ ਜੂਨੀ ਵਿੱਚ ਨਿਤ ਸੜਦਾ ਹੈ। ਆਪ ਦਇਆਲ ਦਇਆ ਪ੍ਰਭ ਧਾਰੀ, ਮਲ ਹੋ ਮੈਂ ਵਿਖਿਆ ਸਭ ਨਿਵਾਰੀ। ਨਾਨਕ ਹਟ ਪਟਣ ਵਿੱਚ ਕਾਇਆ, ਹਰ ਲੈਂਦੇ ਗੁਰਮੁਖ ਸੌਦਾ ਜੀਓ। ਆਪ ਦਇਆਲ ਦਇਆ ਪ੍ਰਭ ਧਾਰੀ, ਕਹਿੰਦੇ ਉਹ ਦਇਆਲੂ ਨੇ ਆਪ ਦਇਆ ਧਾਰੀ, ਆਪ ਬਖਸ਼ਿਸ਼ ਕੀਤੀ ਤੇ ਬਖਸ਼ਿਸ਼ ਸਦਕਾ ਕੀ ਦਿੱਤਾ? ਮਲ ਹਉਮੈ ਵਿਖਿਆ ਸਭ ਨਿਵਾਰੀ। ਮੈਲ ਵਿਚਾਰਾਂ ਦੀ ਭੈੜੀ, ਅਹੰਕਾਰ ਦੀ ਮੈਲ, ਜ਼ਹਿਰ ਜੋ ਆਪਣੀ ਜ਼ਿੰਦਗੀ 'ਚ ਇਕੱਠਾ ਵਿਚਾਰਾਂ ਰੂਪੀ ਜ਼ਹਿਰ ਕੀਤਾ ਸੀ, ਉਹ ਸਾਰਾ ਕੁਝ, ਕਰਮਾਂ ਦੀ ਮੈਲ, ਹੰਕਾਰ ਦੀ ਮੈਲ, ਵਿਚਾਰਾਂ ਦੀ ਜ਼ਹਿਰ, ਆਪ ਦਇਆਲ ਦਇਆ ਪ੍ਰਭ ਧਾਰੀ, ਮਲ ਹਉਮੈ ਵਿਖਿਆ ਸਭ ਨਿਵਾਰੀ। ਇਹ ਸਾਰਾ ਕੁਝ ਉਹਨੇ ਛਡਵਾਤਾ। ਫਿਰ ਨਾਨਕ ਹਟ ਪੱਟਣ ਵਿੱਚ ਕਾਇਆ। ਪੱਟਣ ਦਾ ਮਤਲਬ ਸ਼ਹਿਰ। ਇੱਥੇ ਸ਼ਹਿਰ ਲਫ਼ਜ਼ ਵਰਤਿਆ ਸਰੀਰ ਵਾਸਤੇ। ਕਹਿੰਦੇ ਸਰੀਰ ਦੇ ਵਿੱਚ ਹੱਟੀਆਂ ਵਸਦੀਆਂ, ਦੁਕਾਨਾਂ ਵਸਦੀਆਂ। ਹੁਣ ਦੁਕਾਨ ਉਹੀ ਹੈ, ਸਭਨਾਂ ਨੂੰ ਉਹੀ ਦੁਕਾਨਾਂ ਦਿੱਤੀਆਂ। ਜੇ ਸਰੀਰ ਇੱਕੋ ਜਿਹੇ ਨੇ, ਬਸ ਰੰਗ ਰੂਪ ਦਾ ਫਰਕ ਹੈ। ਬਣਤਰ ਤੇ ਇੱਕੋ ਜਿਹੀ ਨਾ, ਦੋ ਅੱਖਾਂ ਰੱਬ ਨੇ ਸਾਰਿਆਂ ਨੂੰ ਦਿੱਤੀਆਂ, ਦੋ ਕੰਨ ਦਿੱਤੇ, ਇੱਕ ਜ਼ੁਬਾਨ ਦਿੱਤੀ, ਇੱਕ ਨੱਕ, ਸਾਰਾ ਉਹਨੇ ਇੱਕੋ ਜਿਹੀ ਬਣਤਰ ਦਿੱਤੀ ਸਾਰਿਆਂ ਨੂੰ। ਦੁਕਾਨਾਂ ਇੱਕੋ ਜਿਹੀਆਂ ਸਾਰਿਆਂ ਦੀਆਂ ਹੀ, ਪਰ ਦੁਕਾਨਾਂ ਵਿੱਚੋਂ ਸੌਦਾ ਵੱਖਰਾ ਵੱਖਰਾ ਮਿਲਦਾ ਹੈ। ਹੁਣ ਅੱਖਾਂ ਰੂਪੀ ਦੋ ਦੁਕਾਨਾਂ ਨੇ, ਇਹਨਾਂ ਦੁਕਾਨਾਂ ਵਿੱਚੋਂ ਇੱਕ ਸੌਦਾ ਲੈ ਰਿਹਾ ਚੰਗੇ ਨਜ਼ਰੀਏ ਦਾ, ਸੋਹਣੀ ਦਿਖਦਾ, ਤੇ ਇੱਕ ਇਹਦੇ ਚੋਂ ਸੌਦਾ ਲੈ ਰਿਹਾ ਭੱਦੇ ਨਜ਼ਰੀਏ ਦਾ, ਮਾੜੀ ਨਜ਼ਰ ਕਹਿ ਲਈਏ, ਮਾੜਾ ਨਜ਼ਰੀਆ ਕਹਿ ਲਈਏ। ਦੁਕਾਨ ਤੇ ਇੱਕੋ ਹੀ ਹੈ। ਹੁਣ ਇਹ ਤੇ ਹੈ ਨਹੀਂ ਵੀ ਜਿਹੜਾ ਭੱਦੇ ਨਜ਼ਰੀਏ ਨਾਲ ਵੇਖ ਰਿਹਾ ਉਹਦੀ ਦੁਕਾਨ ਵੱਖਰੀ, ਵੀ ਉਹਦੀਆਂ ਅੱਖਾਂ ਭੈੜੀਆਂ ਹੋਣਗੀਆਂ। ਹੋ ਸਕਦਾ ਜਿਹੜਾ ਚੰਗਾ ਨਜ਼ਰੀਆ ਵੇਖ ਰਿਹਾ ਉਹਦੀਆਂ ਅੱਖਾਂ ਤੋਂ ਵੀ ਸੋਹਣੀਆਂ ਅੱਖਾਂ ਹੋਣ, ਪਰ ਨਜ਼ਰੀਆ ਮਾੜਾ ਹੈ। ਅੱਖਾਂ ਮਾੜੀਆਂ ਨਹੀਂ, ਨਜ਼ਰ। ਅਸੀਂ ਜਦੋਂ ਕਹਿੰਦੇ ਆ ਨਾ, ਉਦੋਂ ਇਹੀ ਲਫ਼ਜ਼ ਆਮ, ਤੇਰੀ ਨਜ਼ਰ ਚੰਗੀ ਨਹੀਂ ਹੈ। ਇਹ ਥੋੜੀ ਕਿ ਵੀ ਤੇਰੀਆਂ ਅੱਖਾਂ ਚੰਗੀਆਂ ਨੇ। ਇਸੇ ਤਰ੍ਹਾਂ ਕੰਨਾਂ ਦੀਆਂ, ਕੰਨ ਰੂਪੀ ਦੋ ਦੁਕਾਨਾਂ ਨੇ। ਸ਼ਾਇਦ ਇੱਕ ਪੱਖ ਇੱਥੇ ਹੋਰ ਰੱਖਦੇ ਆ, ਦੋ ਦੁਕਾਨਾਂ ਦੇਣ ਦਾ ਕਾਰਨ ਕੀ? ਇੱਕ ਦੁਕਾਨ 'ਚ ਚੰਗਾ ਸੌਦਾ ਤੇ ਦੂਜੀ 'ਚ ਮਾੜਾ। ਕਿਹਦੇ ਪ੍ਰਭਾਵ ਅਧੀਨ ਆਉਣਾ ਹੈ? ਸ਼ਾਇਦ ਇਹੋ ਕਾਰਨ ਕਿ ਅਕਾਲ ਪੁਰਖ ਜੀ ਨੇ ਦੋ ਦੁਕਾਨਾਂ ਦੇ ਕੇ ਨਵਾਜਿਆ, ਵੀ ਇੱਕ ਚੰਗੇ ਸਮਾਨ ਵਾਲੀ ਹੈ ਤੇ ਇੱਕ ਮੰਦੇ ਵਾਲੀ। ਤੂੰ ਕਿਹੜੀ ਦੁਕਾਨ ਦੇ ਪ੍ਰਭਾਵ ਅਧੀਨ ਆਉਣਾ, ਇਹ ਤੇਰੇ ਤੇ ਨਿਰਭਰ ਕਰਦਾ। ਕੰਨ ਵੀ ਦੋ ਦੇ ਕੇ ਨਵਾਜੇ, ਤੂੰ ਇੱਕ ਕੰਨ ਦੀ ਦੁਕਾਨ ਵਿੱਚੋਂ ਚੰਗਾ ਸੌਦਾ, ਦੂਜੀ ਦੁਕਾਨ ਵਿੱਚੋਂ ਮਾੜਾ। ਤੂੰ ਕਿਹੜੀ ਦੁਕਾਨ ਤੇ ਚੜਨਾ? ਜਿਹੜੀ ਦੁਕਾਨ ਤੇ ਤੂੰ ਚੜ ਗਿਆ, ਦੋਵਾਂ 'ਚ ਹੀ ਉਹੀ ਸੌਦਾ ਪੈ ਜਾਣਾ। ਇਹਨੂੰ ਹੋਰ ਸੌਖਾ ਕਰਕੇ ਸਮਝ ਲਈਏ, ਦੋ ਦੁਕਾਨਾਂ ਇਕੱਠੀਆਂ ਸਨ, ਬਸ ਵਿੱਚ ਇੱਕ ਦੀਵਾਰ ਹੈ। ਇੱਕ ਦੁਕਾਨ ਦੇ ਵਿੱਚ ਚੰਗਾ ਸੌਦਾ ਪਿਆ ਤੇ ਇੱਕ 'ਚ ਮਾੜਾ ਪਿਆ। ਉਹੀ ਦੋਵੇਂ ਦੁਕਾਨਾਂ ਇੱਕ ਬੰਦੇ ਨੇ ਖਰੀਦ ਲੀਆਂ, ਇੱਕੋ ਮਨੁੱਖ ਨੇ ਖਰੀਦ ਲੀਆਂ। ਹੁਣ ਉਹਨੇ ਵੇਖਣਾ ਵੀ ਕਮਾਈ ਕਿਹਦੇ 'ਚ ਹੈ, ਪ੍ਰੋਫਿਟ ਕਿਹਦੇ 'ਚ ਹੈ।
ਜੇ ਤੇ ਚੰਗੇ ਕੰਮ 'ਚ ਪ੍ਰੋਫਿਟ ਹੋਇਆ ਉਹਨੇ ਵਿੱਚੋਂ ਕੰਧ ਕੱਢ ਕੇ ਮਾੜਾ ਸਮਾਨ ਚੁੱਕ ਦੇਣਾ, ਉਧਰ ਵੀ ਚੰਗਾ ਹੀ ਪਾ ਦੇਣਾ। ਤੇ ਜੇ ਮਾੜੇ 'ਚ ਹੋਇਆ ਉਹਨੇ ਚੰਗਾ ਵੀ ਚੁੱਕ ਕੇ ਉਧਰ ਵੀ ਮਾੜਾ ਹੀ। ਜਿਹੜੇ ਕੰਮ 'ਚ ਪ੍ਰੋਫਿਟ ਮੈਂ ਤੇ ਉਹੀ ਕਰਾਂਗਾ। ਖਰੀਦੀਆਂ ਇੱਕੋ ਬੰਦੇ ਨੇ, ਬਸ ਇਉਂ ਹੀ ਕਹਿ ਲਓ ਵੀ ਆਹ ਦੋ ਦੁਕਾਨਾਂ ਨੇ, ਇੱਕੋ ਮਨੁੱਖ ਕੋਲ ਹੈ, ਦੋਵਾਂ ਵਿੱਚ ਵੱਖਰਾ ਵੱਖਰਾ ਸਾਮਾਨ ਹੈ, ਇੱਕ 'ਚ ਚੰਗਾ ਤੇ ਇੱਕ 'ਚ ਮੰਦਾ, ਵਿੱਚ ਕੰਧ ਹੈ। ਹੁਣ ਮਨ ਨੂੰ ਪ੍ਰੋਫਿਟ ਮਿਲ ਕਿੱਥੋਂ ਰਿਹਾ? ਮਨ ਨੂੰ ਕਿੱਥੋਂ ਲਾਭ ਮਿਲ ਰਿਹਾ? ਜੇ ਮਨ ਨੂੰ ਰਸ ਮਿਲ ਰਿਹਾ ਨਾ ਮਾੜੀ ਦੁਕਾਨ ਤੋਂ, ਤੇ ਇਹਨੇ ਕਹਿਣਾ ਦੂਜੀ ਵਿੱਚ ਵੀ ਇਹੀ ਸਮਾਨ ਪਾਓ, ਚੰਗੇ ਤੋਂ ਆਪਾਂ ਕੀ ਲੈਣਾ, ਪ੍ਰੋਫਿਟ ਤੇ ਮਿਲਿਆ ਕੋਈ ਨਹੀਂ। ਉਹਨੇ ਦੂਜੀ ਅੱਖ ਨੂੰ ਵੀ ਮਾੜਾ ਵੇਖਣ ਲਾ ਲੈਣਾ। ਨਜ਼ਰੀਆ ਤੇ ਇੱਕੋ ਹੀ ਰਹਿਣਾ ਨਾ, ਸਿਰਫ ਦੁਕਾਨਾਂ ਵੱਖਰੀਆਂ ਸੀ, ਵਿੱਚ ਦੀਵਾਰ ਹੈ। ਜਦੋਂ ਮਨ ਨੇ ਰਸ ਮਾੜੇ ਵੇਖਣ ਵਿੱਚੋਂ ਲੈਣਾ ਸ਼ੁਰੂ ਕਰ ਲਿਆ, ਦੂਜੀ ਦੁਕਾਨ ਵਿੱਚ ਵੀ ਗੰਦਗੀ ਭਰੀ ਜਾਣੀ। ਇਸੇ ਤਰ੍ਹਾਂ ਕੰਨਾਂ ਰੂਪੀ ਦੁਕਾਨ ਦੀ ਗੱਲ ਕਰ ਲਓ, ਜ਼ੁਬਾਨ ਰੂਪੀ ਦੁਕਾਨ ਦੀ ਗੱਲ ਕਰ ਲਓ, ਕਿਸੇ ਵੀ ਹੱਥਾਂ ਦੀ, ਪੈਰਾਂ ਦੀ, ਜਿਸ ਦੁਕਾਨ ਵਿੱਚੋਂ ਮਨ ਨੂੰ ਰਸ, ਕਿਉਂਕਿ ਸਾਰੀਆਂ ਦੁਕਾਨਾਂ ਦਾ ਲਾਭ ਮਨ ਨੂੰ ਹੈ। ਮਨ ਰੂਪੀ ਮਨੁੱਖ ਹੈ, ਇੱਕ ਇਨਸਾਨ ਹੈ, ਇਹਨੇ ਸਾਰੀਆਂ ਦੁਕਾਨਾਂ ਖਰੀਦੀਆਂ ਹੋਈਆਂ ਤੇ ਇਹਨਾਂ ਦੁਕਾਨਾਂ ਦਾ ਪ੍ਰੋਫਿਟ। ਅੱਖਾਂ ਨੂੰ ਕੁਝ ਨਹੀਂ ਮਿਲਦਾ, ਰਸ ਮਨ ਲੈਂਦਾ ਹੈ। ਜ਼ੁਬਾਨ ਨੂੰ ਕੁਝ ਨਹੀਂ ਮਿਲਣਾ, ਲਾਭ ਮਨ ਨੇ ਲੈਣਾ। ਹੱਥਾਂ ਪੈਰਾਂ ਨੂੰ ਕੁਝ ਨਹੀਂ ਮਿਲਣਾ, ਲਾਭ ਮਨ ਨੇ ਲੈਣਾ। ਇਸੇ ਤਰ੍ਹਾਂ ਕੰਨਾਂ ਨੂੰ ਕੁਝ ਨਹੀਂ ਮਿਲਦਾ, ਲਾਭ ਮਨ ਨੇ ਲੈਣਾ। ਹੁਣ ਮਨ ਲਾਭ ਕਿੱਥੋਂ ਲੈ ਰਿਹਾ? ਬਸ ਇਹ ਵੇਖਣਾ ਕਿ ਮਨ ਨੂੰ ਚੰਗਾ ਕੰਮ ਮਿਲ ਰਿਹਾ ਜਾਂ ਮਾੜਾ ਮਿਲ ਰਿਹਾ। ਸਾਹਿਬ ਕਹਿੰਦੇ ਨਾਨਕ ਹੱਟ ਪਟਣ ਵਿੱਚ ਕਾਇਆ, ਕਾਇਆਂ ਦੇ ਵਿੱਚ ਕੀ ਬਣਿਆ ਹੋਇਆ? ਹੱਟੀਆਂ ਬਣੀਆਂ। ਹਰ ਲੈਂਦੇ ਗੁਰਮੁਖ ਸੌਦਾ ਜੀਓ। ਇਹਨਾਂ ਦੁਕਾਨਾਂ ਦੇ ਵਿੱਚੋਂ ਗੁਰਮੁਖ ਜਨ ਜਦੋਂ ਸੌਦਾ ਲੈਂਦੇ ਤੇ ਉਹ ਲੈਂਦੇ ਚੰਗਾ, ਤੇ ਇਹੀ ਦੁਕਾਨਾਂ ਨੇ ਜਦੋਂ ਇਹਨਾਂ ਚੋਂ ਮਨਮੁਖ ਸੌਦਾ ਲੈਣਗੇ ਤੇ ਉਹ ਮਾੜਾ ਲੈਂਦੇ। ਦੁਕਾਨ ਉਹੀ ਹੈ, ਨਜ਼ਰ ਉਹੀ ਹੈ। ਕਈਆਂ ਨੇ ਭੱਦੇ ਅਸਥਾਨ ਤੇ ਜਾ ਕੇ ਵੀ ਆਪਣੀ ਨਜ਼ਰ ਚੰਗੀ ਰੱਖੀ, ਕਈ ਧਰਮ ਅਸਥਾਨ ਤੇ ਆ ਕੇ ਵੀ ਨਜ਼ਰ ਮਾੜੀ ਰੱਖ ਕੇ ਚਲੇ ਗਏ। ਕਈਆਂ ਨੇ ਭੱਦੇ ਥਾਂ ਤੇ ਜਾ ਕੇ ਵੀ ਕੰਨਾਂ ਵਿੱਚ ਚੰਗੇ ਸ਼ਬਦ ਸੁਣੇ, ਚੰਗੇ ਬੋਲ ਸੁਣੇ, ਕਈ ਧਰਮ ਅਸਥਾਨ ਤੇ ਆ ਕੇ ਵੀ ਕੰਨਾਂ ਦੀ ਸ਼ਬਦਾਵਲੀ ਬਦਲ ਨਹੀਂ ਸਕੇ। ਕਈ ਮਾੜੇ ਅਸਥਾਨ ਤੇ ਜਾ ਕੇ ਵੀ ਜ਼ੁਬਾਨ ਤੋਂ ਚੰਗਾ ਬੋਲਦੇ ਰਹੇ, ਤੇ ਕਈ ਧਰਮ ਅਸਥਾਨ ਤੇ ਆ ਕੇ ਵੀ ਜ਼ੁਬਾਨ ਚੰਗੀ ਨਹੀਂ ਕਰ ਸਕੇ। ਸੌਦਾ ਹੈ, ਮਨ ਨੂੰ ਕਿੱਥੋਂ ਰਸ ਮਿਲ ਰਿਹਾ? ਬਸ ਇੱਥੇ ਹੀ ਖੜਾ। ਫਿਰ ਇਹਨਾਂ ਹੁਣ ਆਪਾਂ ਕੀ ਕਵਾਂਗੇ ਵੀ ਇੱਕ ਭਾਗਾਂ ਤੋਂ ਹੀਣ ਹੈ ਤੇ ਇੱਕ ਭਾਗਾਂ ਵਾਲਾ ਹੈ। ਜਿਹਦੇ ਕਰਮ ਚੰਗੇ ਸਨ ਉਹ ਭਾਗਾਂ ਵਾਲਾ ਬਣ ਗਿਆ, ਤੇ ਜਿਹੜਾ ਗੰਦਗੀ ਵਿੱਚੋਂ ਲਾਭ ਲੈਣ ਲੱਗ ਗਿਆ ਉਹ ਇੱਕ ਨਾ ਇੱਕ ਦਿਨ ਤੇ ਉਸ ਗੰਦਗੀ ਨੇ ਪ੍ਰਭਾਵ ਪਾਉਣਾ ਹੀ ਹੈ, ਫਿਰ ਭਾਗਹੀਣ। ਇਸ ਤਰੀਕੇ ਅੱਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਸਿੱਖਿਆ ਦਿੱਤੀ ਕਿ ਗੁਰੂ ਬਖਸ਼ਿਸ਼ ਦੇ ਸਦਕਾ ਜਦੋਂ ਜੀਵ ਗਿਆਨ ਹਾਸਲ ਕਰਦਾ ਹੈ, ਇਸ ਕਾਇਆ ਰੂਪੀ ਸ਼ਹਿਰ ਵਿਚਲੀਆਂ ਦੁਕਾਨਾਂ ਤੋਂ ਫਿਰ ਗੁਰਮੁਖ ਜਨ ਹਰੀ ਪਰਮੇਸ਼ਵਰ ਦੇ ਨਾਮ ਰੂਪੀ ਰਸ ਦਾ ਸੌਦਾ ਲੈਂਦੇ ਨੇ। ਤੇ ਜੇ ਜੀਵ ਗਿਆਨ ਤੋਂ ਸਖਣਾ ਹੋ ਜਾਏ ਤੇ ਇਹੀ ਦੁਕਾਨਾਂ ਦੇ ਵਿੱਚੋਂ ਫਿਰ ਮਨੁੱਖ ਗੰਦਗੀ ਬਟੋਰਨ ਲੱਗ ਜਾਂਦਾ। ਫਿਰ ਇਹੀ ਦੁਕਾਨਾਂ ਦੇ ਵਿੱਚੋਂ ਇਨਸਾਨ ਬਦਬੂ ਵਾਲੀਆਂ ਵਸਤੂਆਂ ਬਟੋਰਨ ਲੱਗ ਜਾਂਦਾ। ਗੱਲ ਸਿਰਫ ਗਿਆਨ ਤੇ ਆ ਕੇ ਖੜੀ, ਕਿਉਂਕਿ ਸਮਝਣ ਵਾਲਾ ਗਿਆਨ ਰਾਹੀਂ ਸਮਝ ਗਿਆ, ਤੇ ਨਾ ਸਮਝ ਗਿਆਨ ਤੋਂ ਬਾਅਦ ਵੀ, ਜਿਹਨੂੰ ਮਾਲਕ ਜੀ ਕਹਿੰਦੇ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਐ ਪਰੈ। ਮਨ ਜਾਣਦਾ ਹੋਇਆ ਵੀ ਚੰਗੇ ਰਸਤੇ ਤੇ ਨਹੀਂ ਤੁਰਿਆ, ਕਿਉਂਕਿ ਮਨ ਨੂੰ ਗੰਦਗੀ ਵਿੱਚੋਂ ਰਸ ਆ ਰਿਹਾ ਹੈ। ਸਤਿਗੁਰੂ ਜੀ ਕਿਤੇ ਸਾਡੇ ਸਿਰਾਂ ਉੱਤੇ ਮਿਹਰ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖਣ, ਕਿਤੇ ਮਨ ਗੁਰੂ ਕੇ ਗਿਆਨ ਸਦਕਾ ਰੱਬੀ ਰਸ ਨੂੰ ਮੰਨਣ ਲੱਗ ਜਾਏ,
ਤੇ ਰੱਬੀ ਰਸ ਨੂੰ ਮਾਣਦਾ ਹੋਇਆ ਇਹ ਮਨ ਭਾਗਾਂ ਵਾਲਾ ਬਣ ਜਾਏ ਤੇ ਅਕਾਲ ਪੁਰਖ ਪਰਮੇਸ਼ਵਰ ਦਾ ਮਿਲਾਪ ਅਸੀਂ ਹਾਸਲ ਕਰ ਸਕੀਏ। ਤੇ ਮਾਲਕ ਅੱਗੇ ਅਰਜ਼ੋਈ ਅਰਦਾਸ ਨਿਤਾ ਪ੍ਰਤੀ ਕਰਦੇ ਰਿਹਾ ਕਰੀਏ। ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਪਾਇਆ। भूले मार्ग जिन है बताया, भूले मार्ग जिन है बताया, भूले मार्ग जिन है बताया, भूले मार्ग जिन है बताया। ऐसा गुरवड भागी पाया, ऐसा गुरवड भागी पाया। गुरवड भागी पाया, ऐसा गुरवड भागी पाया, गुरवड भागी पाया ऐसा गुरवड भागी पाया। सतगुरु पातशाह रहमत करन, साडे सबना दियां हाज़रियां अपने दर उत्ते प्रवान कर लैन। अपने दरों घरों गुरसिੱਖੀ जीवन नाम दियां दातां बख्शिश करके निवाजन, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਆਪ ਦਇਆਲ ਦਇਆ ਪ੍ਰਭ ਤਾਰੀ, ਮਲ ਹੋ ਮੈਂ ਵਿਖਿਆ ਸਭ ਨਿਵਾਰੀ। ਨਾਨਕ ਹਟ ਪਟਣ ਵਿੱਚ ਕਾਇਆ, ਹਰ ਲੈਂਦੇ ਗੁਰਮੁਖ ਸੌਦਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।